ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਦਾਸ ਸਿਮਰਨ ਆਸਣ ਦੀ ਵਿਧੀ, ਇਸ ਦੇ ਉੱਪਰ ਆਪਣੀ ਤਿਲ ਮਾਤਰ ਜੋ ਵਿਚਾਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਆਓ ਆਪਾਂ ਜਦੋਂ ਸਿਮਰਨ ਆਸਣ ਦੀ ਵਿਧੀ ਤਿਆਰ ਕਰਨੀ ਆ, ਉਸ ਤੋਂ ਪਹਿਲਾਂ ਨਾ ਕੁਛ ਜੋ ਜ਼ਰੂਰੀ ਗੱਲਾਂ ਸਾਡੇ ਗਿਆਨ ਦੇ ਵਿੱਚ ਹੋਣੀਆਂ ਚਾਹੀਦੀਆਂ ਹੈ। ਪਹਿਲਾਂ ਤਾਂ ਥੋੜ੍ਹਾ ਜਿਹਾ ਆਪਾਂ ਇਸ ਪਾਸੇ ਧਿਆਨ ਦੇਖਦੇ ਹਾਂ। ਉਹ ਕੀ ਹੈ ਕਿ ਸਾਡੇ ਅੰਦਰ ਦੋ ਤਰ੍ਹਾਂ ਦੀ ਦੁਨੀਆ ਹੈਗੀ ਆ ਅਤੇ ਦੋ ਤਰ੍ਹਾਂ ਦੀ ਦੁਨੀਆ ਬਾਹਰ ਹੈ। ਉਹ ਕੀ ਹੈ? ਇੱਕ ਤਾਂ ਉਹ ਦੁਨੀਆ ਹੈਗੀ ਆ ਜਿਹੜੀ ਦੁਨੀਆ ਦੇ ਵਿੱਚ ਪਰਮਾਰਥ ਦੀ ਕੋਈ ਸਿੱਧੀ ਨਹੀਂ ਹੈ, ਕੋਈ ਗੱਲ ਨਹੀਂ ਹੈ, ਕੋਈ ਉਹਦੇ ਨਾਲ ਕਿਸੇ ਤਰ੍ਹਾਂ ਦੀ ਇੱਕ ਸੁਰਤਾ ਨਹੀਂ ਬਣਦੀ ਇਨਸਾਨ ਦੀ। ਅਤੇ ਦੂਸਰੀ ਉਹ ਗੱਲ ਹੈਗੀ ਆ ਕਿ ਜਿਹਦੇ ਅੰਦਰ ਪਰਮਾਰਥ ਦੀ ਸਿੱਧੀ ਦੇ ਅੰਦਰ ਜਾਂ ਪਰਮਾਰਥ ਨੂੰ ਪ੍ਰਾਪਤ ਕਰਨ ਦੀ ਅੰਦਰ ਲਗਨ ਹੈ, ਚਿਣਗ ਹੈ, ਥੋੜ੍ਹੀ ਬਹੁਤ ਪਰਮਾਰਥ ਦੇ ਰਾਹ ਦੇ ਉੱਤੇ ਚੱਲਣ ਦੀ ਅੰਦਰ ਇੱਛਾ ਬਣਦੀ ਹੈ ਨਾ। ਇਹ ਜਿਹੜੀ ਇੱਛਾ ਉਸ ਜਗਿਆਸੂ ਦੇ ਅੰਦਰ ਪੈਦਾ ਹੁੰਦੀ ਹੈਗੀ ਆ। ਉਹ ਇੱਛਾ ਫਿਰ ਇਨਸਾਨ ਨੂੰ ਦੁਨਿਆਵੀ ਮਾਰਗ ਤੋਂ ਹਟਾ ਕੇ ਪਰਮਾਰਥ ਦੇ ਰਸਤੇ 'ਤੇ ਚੱਲਣ ਵਾਸਤੇ ਪ੍ਰੇਰਦੀ ਆ। ਸੋ ਫਿਰ ਉਹਨੂੰ ਖਾਸ ਕਰਕੇ ਪਹਿਲ ਜਦੋਂ ਕਿਸੇ ਵੱਡੇ ਪੂਰਬਲੇ ਕਰਮ ਕਰਕੇ ਜਾਂ ਵਾਹਿਗੁਰੂ ਦੀ ਮਿਹਰ ਸਦਕਾ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਪ੍ਰਾਪਤ ਹੋ ਜਾਂਦੀ ਹੈ ਨਾ, ਫਿਰ ਉਹਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ, ਇਲਮ ਹੋ ਜਾਂਦਾ, ਉਹਦੀ ਗੱਲ ਇਹ ਸਮਝ ਦੇ ਵਿੱਚ ਆ ਜਾਂਦੀ ਆ ਕਿ ਅਸਲ ਦੇ ਵਿੱਚ ਦੁਨਿਆਵੀ ਜੀਵਨ ਜਿਹੜਾ ਇਹ ਝੂਠ ਹੈ। ਕਿਉਂ? ਇਹ ਇਸ ਕਰਕੇ ਝੂਠ ਹੈ ਕਿਉਂਕਿ ਇਹਦੇ ਵਿੱਚ ਜਿੰਨਾ ਵੀ ਜੀਵਨ ਇਹ ਤ੍ਰਿਗ ਹੈ। ਤ੍ਰਿਗ ਜੀਵੇ ਤ੍ਰਿਗ ਜੀਵਾਸ। ਭਾਵ ਕੀ ਹੈ? ਜਿੰਨਾ ਜੀਵਿਆ ਉਹ ਵੀ ਤ੍ਰਿਗ ਵਾ, ਅਤੇ ਜਿੰਨੇ ਜੀਣ ਦੀ ਆਸ ਅਸੀਂ ਕਰਦੇ ਹਾਂ ਉਹ ਵੀ ਤ੍ਰਿਗ ਜੀਣ, ਭਾਵ ਲਾਹਨਤਯੋਗ ਹੈਗਾ। ਪਰ ਪਰਮਾਰਥ ਜੀਵਨ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਆਖਾਂ ਜੀਵਾਂ ਬਿਸਰੇ ਮਰ ਜਾਓ। ਜੇ ਪਰਮਾਰਥ ਦੇ ਜੀਵਨ ਦੇ ਵਿੱਚ ਜਾ ਕੇ ਮੈਂ ਆਪਣੀ ਜੋ ਸੁਰਤ ਹੈਗੀ ਆ, ਜੋ ਆਪਣਾ ਜੀਵਨ ਦਾ ਲਕਸ਼ ਹੈਗਾ, ਅਗਰ ਉੱਧਰ ਨੂੰ ਮੁੜਾਂ ਤਾਂ ਫਿਰ ਮੇਰਾ ਇਹ ਜੀਵਨ ਜਿਹੜਾ ਮੁਰਦੇ ਤੋਂ ਇਹ ਸਰਜੀਤ ਹੋ ਜਾਂਦਾ ਹੈਗਾ। ਮੇਰੀ ਰੁਚੀ ਜਿਹੜੀ ਪਰਮਾਰਥ ਦੇ ਵੱਲ, ਅਸਲ ਦੇ ਵਿੱਚ ਮੇਰਾ ਇਹ ਜੀਵਨ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜੀਵ ਜਿਉਂ-ਜਿਉਂ ਪਰਮਾਰਥ ਦੀ ਥੋੜ੍ਹੀ ਸੋਝੀ ਉਹਨੂੰ ਆਉਣ ਲੱਗ ਪੈਂਦੀ ਹੈ ਨਾ, ਉਹਦਾ ਜਿਹੜਾ ਰੁਝਾਨ ਹੈਗਾ ਇਹ ਦੁਨਿਆਵੀ ਜੀਵਨ ਤੋਂ ਜਦ ਵਾਹਿਗੁਰੂ ਦੇ ਰਸਤੇ ਵੱਲ ਤੁਰਦਾ, ਫਿਰ ਉਹਨੂੰ ਅਸਲ ਦੇ ਵਿੱਚ ਸੋਝੀ ਆਉਣ ਲੱਗ ਪੈਂਦੀ ਹੈ। ਸੋ ਇਹ ਸੋਝੀ ਪਹਿਲ ਸਤ ਸੰਗਤ ਦੇ ਵਿੱਚੋਂ ਜਾਂ ਗੁਰਮੁਖ ਪਿਆਰਿਆਂ ਦੇ ਕਿਸੇ ਮੇਲ ਤੋਂ ਪ੍ਰਾਪਤ ਹੁੰਦੀ ਆ। ਹੌਲੀ ਫਿਰ ਉਹਨੂੰ ਇਹ ਸੋਝੀ ਬਣ ਜਾਂਦੀ ਹੈ ਕਿ ਉਹ ਇਸ ਦੀ ਜੋ ਖੋਜ ਉਹ ਆਪ ਵੀ ਕਰੇ। ਇਸ ਕਰਕੇ ਉਹਨੂੰ ਪਹਿਲਾਂ ਤਾਂ ਕੀ ਹੈ ਕਿ ਪੂਰੇ ਗੁਰੂ ਦੀ ਲੋੜ ਹੈਗੀ ਆ। ਪਰ ਕਿਉਂਕਿ ਪਹਿਲ ਇਨਸਾਨ ਨੂੰ ਜਿਹੜੀ ਸੋਝੀ ਹੁੰਦੀ ਆ ਉਹ ਨਾ ਮਾਤਰ ਹੁੰਦੀ ਹੈ, ਇਸ ਕਰਕੇ ਇਸ ਰਸਤੇ ਦੇ ਵਿੱਚ ਤਿਲਕਣਬਾਜ਼ੀ ਬਣੀ ਰਹਿੰਦੀ ਆ। ਪਰ ਅਗਰ ਪੂਰਾ ਗੁਰੂ ਕਿਰਪਾ ਕਰੇ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਅਸਲ ਦੇ ਵਿੱਚ ਪਰਮਾਰਥ ਦੀ ਜਿਹੜੀ ਸੋਝੀ ਹੈਗੀ ਆ ਉਹ ਮਾਨਤਾ ਪ੍ਰਾਪਤ ਗੁਰੂ, ਭਾਵ ਕਿ ਆ ਪੂਰਾ ਗੁਰੂ, ਪੂਰੇ ਗੁਰੂ ਦੀ ਸ਼ਰਨ ਤੋਂ ਬਗੈਰ ਕਦੀ ਪ੍ਰਾਪਤ ਨਹੀਂ ਹੁੰਦੀ ਹੈਗੀ ਆ। ਇਸ ਕਰਕੇ ਅਗਰ ਉਹ ਕਿਸੇ ਗਲਤੀ ਨਾਲ, ਕਿਸੇ ਭਰਮ ਭੁਲੇਖੇ ਦੇ ਵਿੱਚ ਜਾਂ ਅਗਿਆਨਤਾ ਦੇ ਵਿੱਚ ਕਿਸੇ ਹੋਰ ਅਧੂਰੇ ਗੁਰੂ ਦੇ ਨਾਲ ਜੁੜ ਜਾਂਦਾ ਫਿਰ ਉਹਦਾ ਜੀਵਨ ਇਸ ਤਰ੍ਹਾਂ ਹੋ ਜਾਂਦਾ ਹੈਗਾ ਜਿਵੇਂ ਇੱਕ ਕੈਹਾਂ ਦੀ ਜਿਹੜੀ ਧਾਂਤ ਹੋਵੇ। ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਉਜਲ ਕੈਹਾਂ ਚਿਲਕਣਾ ਘੋਟਮ ਕਾਲੜੀ ਮੁਸ, ਧੋਤਿਆਂ ਜੂਠ ਨਾ ਉਤਰੇ ਜੇ ਸੌ ਧੋ ਮਾਤਿਸ। ਜਿਵੇਂ ਇੱਕ ਕੈਂਹੇ ਦਾ ਭਾਂਡਾ ਹੋਵੇ, ਕਹਿੰਦੇ ਉਹਨੂੰ ਅਗਰ ਅਸੀਂ ਥੋੜ੍ਹਾ ਮਾਂਜਣਾ ਚਾਹੀਏ ਅਤੇ ਉਹਦੇ ਵਿੱਚੋਂ ਫਿਰ ਜਿਹੜੀ ਕਾਲਕ ਹੱਥਾਂ ਨੂੰ ਲੱਗਣ ਲੱਗ ਪੈਂਦੀ ਹੈ। ਸੋ ਇਸ ਭਾਂਡੇ ਨੂੰ ਭਾਵੇਂ 100 ਵਾਰੀ ਧੋਇਆ ਜਾਵੇ ਤਾਂ ਪਰ 100 ਵਾਰੀ ਧੋਣ ਦੇ ਨਾਲ ਵੀ ਇਹਦੀ ਕਾਲਖ ਜੂਠ ਦੂਰ ਨਹੀਂ ਹੁੰਦੀ। ਸੋ ਇਹ ਜਿਹੜਾ ਪ੍ਰਮਾਣ ਜਾਂ ਜੋ ਇਹ ਵਚਨ ਹੈਗੇ ਆ, ਉਹਨੂੰ ਕਿਸੇ ਗੁਰਮੁਖ ਪਿਆਰੇ ਦੀ ਅਗਰ ਅਸੀਸ ਦੇ ਨਾਲ ਉਹਦੇ ਅੰਦਰ ਜਾਗਰਤ ਜੋਤ ਦੇ ਵਿੱਚ ਜਾਂ ਜਾਗਰਤ ਗਿਆਨ ਦੇ ਅੰਦਰ ਉਹਨੂੰ ਪ੍ਰਾਪਤ ਹੋ ਜਾਣ, ਫਿਰ ਉਹਨੂੰ ਅਸਲ ਦੇ ਵਿੱਚ ਇਸ ਚੀਜ਼ ਦੀ ਸੋਝੀ ਆਉਂਦੀ ਆ ਕਿ ਜਿਹੜਾ ਪੂਰਾ ਗੁਰੂ ਹੁੰਦਾ ਹੈਗਾ ਉਹ ਪੂਰਾ ਗੁਰੂ ਕਦੀ ਵੀ ਜਿਹੜਾ
ਮੇਰੀ ਵਾਹ ਨਹੀਂ ਛੱਡਦਾ ਹੈਗਾ। ਫਿਰ ਉਹਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਕਿ ਸੱਜਣ ਸਹੀ ਨਾਲ ਮੈਂ ਚਲੰਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਬਸ ਆ ਜਦੋਂ ਉਹਨੂੰ ਹਨ ਇਸ ਚੀਜ਼ ਦਾ ਅੰਦਰ ਗਿਆਨ ਹੋ ਜਾਂਦਾ, ਇਲਮ ਹੋ ਜਾਂਦਾ, ਫਿਰ ਉਹ ਸੱਜਣ ਜਿਹੜੇ ਹਨ ਫਿਰ ਇਸ ਪਰਮਾਰਥ ਦੇ ਰਸਤੇ ਦੇ ਉੱਤੇ ਤੁਰਨਾ ਸ਼ੁਰੂ ਕਰਦੇ ਆ। ਪਰ ਪਹਿਲੇ ਪਹਿਲ ਉਹਨੂੰ ਇਸ ਗੱਲ ਦਾ ਜਾਣੀ ਕਿ ਪਤਾ ਲੱਗਦਾ ਪੂਰੇ ਗੁਰੂ ਦੇ ਤੋਂ ਕਿ ਇਹ ਜਿਹੜਾ ਪਰਮਾਰਥ ਦਾ ਰਸਤਾ ਹੈਗਾ, ਇਹ ਰਸਤਾ ਕੋਈ ਆਮ ਰਸਤਾ ਨਹੀਂ ਹੈ। ਇਹ ਇੱਕ ਨਵਾਂ ਜੀਵਨ ਹੈ, ਇੱਕ ਨਵੀਂ ਦੁਨੀਆ ਹੈ, ਜਿੱਥੇ ਤੈਨੂੰ ਨਵਾਂ ਜੀਵਨ, ਨਵੀਂ ਦੁਨੀਆ, ਨਵੇਂ ਤਜਰਬੇ, ਨਵੇਂ ਖੇੜੇ, ਨਵਾਂ ਉਲਾਸ ਜਿਹੜਾ ਹੈ ਨਾ ਤੈਨੂੰ ਇਹ ਮਿਲੇਗਾ। ਭਾਵ ਕੀ ਆ, ਤੈਨੂੰ ਆਪਣੇ ਆਪ ਦੀ ਸੋਝੀ ਹੋ ਜਾਏਗੀ ਕਿ ਅਸਲ ਦੇ ਵਿੱਚ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈਗਾ, ਅਤੇ ਮੇਰਾ ਜੀਵਨ ਜਿਹੜਾ ਹੈ ਨਾ ਉਹ ਦਾ ਜੋ ਮੇਨ ਲਕਸ਼ ਹੈਗਾ, ਮੰਜ਼ਿਲ ਹੈ, ਉਹ ਕੀ ਹੈ। ਫਿਰ ਉਹਨੂੰ ਇਸ ਗੱਲ ਦੀ ਹੈ ਨਾ ਫਿਰ ਸੋਝੀ ਆਉਣ ਲੱਗ ਪੈਂਦੀ ਆ। ਫਿਰ ਜਦ ਉਹਨੂੰ ਪਤਾ ਲੱਗਦਾ ਹੈਗਾ ਕਿ ਮੈਂ ਇਸ ਅਕਾਲ ਪੁਰਖ ਵਾਹਿਗੁਰੂ, ਉਹ ਸ਼ਕਤੀ ਜਿਹੜੀ ਕਰੋੜਾਂ ਬ੍ਰਹਿਮੰਡਾਂ ਨੂੰ ਚਲਾਉਂਦੀ ਆ, ਉਸ ਸ਼ਕਤੀ ਦਾ ਇੱਕ ਅੰਸ਼ ਹੈਗਾ, ਉਹਦੀ ਜੋਤ ਦਾ ਇੱਕ ਕਤਰਾ ਹੈਗਾ, ਤਾਂ ਫਿਰ ਉਹਦਾ ਜਿਹੜਾ ਅੰਦਰ ਖੁਸ਼ੀ ਆ ਨਾ ਉਹ ਇੰਨੀ ਵੱਧਦੀ ਹੈਗੀ ਆ। ਫਿਰ ਉਹਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਕਿ ਜਿਹੜੀ ਉਹ ਅਕਾਲ ਸ਼ਕਤੀ ਆ ਉਹ ਸਦਾ ਸਲਾਮਤ ਹੈ, ਨਾ ਉਹ ਜੰਮਦੀ ਹੈ। ਅਗਰ ਜਿਹਦਾ ਜਨਮ ਨਹੀਂ ਹੁੰਦਾ ਫਿਰ ਉਹਦੀ ਮੌਤ ਵੀ ਨਹੀਂ ਹੈਗੀ ਆ, ਉਹਦੇ ਵਿੱਚ ਗਰੀਬੀ ਨਹੀਂ ਹੈ, ਉਹ ਬੇਪਰਵਾਹ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ। ਭਾਵ ਕਿ ਜਿਉਂ-ਜਿਉਂ ਉਹ ਗੁਰਬਾਣੀ ਦੀ ਰੋਸ਼ਨੀ ਵਿੱਚ ਅਕਾਲ ਪੁਰਖ ਬਾਰੇ, ਉਹਦੇ ਗੁਣਾਂ ਬਾਰੇ ਜਿਉਂ-ਜਿਉਂ ਉਹਨੂੰ ਇਸ ਚੀਜ਼ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ, ਫਿਰ ਉਹਦੇ ਅੰਦਰ ਹੈ ਨਾ ਚਾਹਨਾ ਬਣ ਲੱਗ ਪੈਂਦੀ ਆ ਕਿ ਐਡੇ ਵੱਡੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋ ਉਹਨਾਂ ਦੇ ਜੀਵਨ ਦਾ ਮੂਲ ਹੈ, ਅਗਰ ਮੈਂ ਥੋੜ੍ਹਾ ਜੁੜ ਜਾਵਾਂ ਉਸ ਪਰਮੇਸ਼ਰ ਦੇ ਨਾਲ, ਤਾਂ ਫਿਰ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਾਲੋ ਮਾਲ ਹੋ ਸਕਦਾ। ਫਿਰ ਉਹਦੀ ਜਿਹੜੀ ਨਾ ਰੁਚੀ ਹੈਗੀ ਜਦ ਇਸ ਪਾਸੇ ਤੁਰਦੀ ਆ, ਫਿਰ ਗੁਰਬਾਣੀ ਉਹਨੂੰ ਇਹ ਚੀਜ਼ ਦੱਸਦੀ ਆ ਕਿ ਜਿਉਂ ਤਿਉਂ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਭਾਵ ਹੈ ਕਿ ਪਰਮਾਰਥ ਦਾ ਰਸਤਾ ਇੱਕ ਕਠਿਨ ਜ਼ਰੂਰ ਹੈ, ਲੇਕਿਨ ਇਹ ਇੰਨਾ ਵੀ ਕਠਿਨ ਨਹੀਂ ਹੈਗਾ ਕਿ ਇਹਦੇ ਉੱਤੇ ਇਨਸਾਨ ਕਦੀ ਤੁਰ ਨਹੀਂ ਸਕਦਾ ਹੈ। ਚਾਹੇ ਇਹ ਸੂਰਬੀਰਾਂ ਦੀ ਖੇਡ ਹੈਗੀ ਆ, ਪਰ ਇਹ ਖੇਡ ਜਿਹੜੇ ਉਹੀ ਖੇਡ ਸਕਦੇ ਹੈਗੇ ਆ ਜਿਹਨੇ ਆਪਣੇ ਜੀਵਨ ਦੇ ਵਿੱਚ ਇਹ ਜਿਹੜਾ ਹੈ ਨਾ ਮਨਸ਼ਾ, ਇੱਛਾ ਪੂਰਨ ਤੌਰ 'ਤੇ ਧਾਰ ਲਈ ਹੋਵੇ ਕਿ ਮੈਂ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚਣਾ ਹੈ, ਅਤੇ ਮੰਜ਼ਿਲ ਦੇ ਪਹੁੰਚੇ ਤੋਂ ਬਗੈਰ ਇਹ 84 ਦਾ ਜਿਹੜਾ ਚੱਕਰਵਾਨ ਕਦੀ ਖਤਮ ਨਹੀਂ ਹੋ ਸਕਦਾ। ਆਵਾਗਣ ਦਾ ਚੱਕਰ, ਜਨਮ ਮਰਨ ਦਾ ਚੱਕਰ, ਇਹ ਕਦੀ ਮਿਟ ਨਹੀਂ ਸਕਦਾ। ਜਦੋਂ ਉਹਦੇ ਅੰਦਰ ਹੈ ਨਾ ਦ੍ਰਿੜ ਸੰਕਲਪ ਪੈਦਾ ਹੋ ਜਾਂਦਾ ਕਿ ਮੈਂ ਇੱਕ ਨਹੀਂ ਅਨੇਕਾਂ ਜਨਮ ਪਹਿਲਾਂ ਹਾਰ ਚੁੱਕਾ ਹਾਂ, ਪਰ ਆਹ ਜਿਹੜਾ ਜਨਮ ਮੈਨੂੰ ਮਿਲਿਆ ਹੈਗਾ, ਇਸ ਜਨਮ ਦੇ ਵਿੱਚ ਮੈਂ ਵਾਹਿਗੁਰੂ ਤੱਕ ਜਿੱਥੋਂ ਤੱਕ ਹੋ ਸਕੇ ਪੂਰੇ ਹੀਲੇ ਵਸੀਲੇ ਲਾ ਕੇ, ਪੂਰੇ ਹੰਬਲੇ ਮਾਰ ਕੇ ਉਸ ਅਕਾਲ ਸ਼ਕਤੀ ਨੂੰ ਆਪਣੇ ਪ੍ਰੇਮ ਦੇ ਨਾਲ, ਆਪਣੇ ਕੋਸ਼ਿਸ਼ ਦੇ ਨਾਲ, ਜਾਂ ਆਪਣੇ ਪ੍ਰੇਮ ਵਸ ਦੀ ਜਿਹੜੀ ਹੈ ਨਾ ਸ਼ਕਤੀ ਹੈਗੀ ਹੈ, ਜਾਂ ਪ੍ਰੇਮ ਦੀ ਪੀਂਘ ਆ, ਪ੍ਰੇਮ ਦੀ ਗਲਵੱਕੜੀ ਹੈਗੀ ਆ, ਉਸ ਪ੍ਰੇਮ ਦੀ ਗਲਵੱਕੜੀ ਦੇ ਅੰਦਰ ਜ਼ਰੂਰ ਮੈਂ ਉਸ ਅਕਾਲ ਸ਼ਕਤੀ ਨੂੰ ਆਪਣੇ ਨਾਲ ਜੋੜ ਸਕਾਂ। ਜਦੋਂ ਉਹਦੇ ਅੰਦਰ ਹੈ ਨਾ ਇਸ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ, ਫਿਰ ਉਹਨੂੰ ਪਤਾ ਲੱਗਦਾ ਕਿ ਮੈਂ ਉਸ ਅਕਾਲ ਸ਼ਕਤੀ ਨਾਲ ਕਿਵੇਂ ਜੋੜ ਸਕਦਾ ਹੈ। ਫਿਰ ਉਹਨੂੰ ਪਤਾ ਲੱਗਦਾ ਕਿ ਅਸਲ ਦੇ ਵਿੱਚ ਕੀ ਆ ਕਿ ਪਹਿਲਾਂ ਮੈਨੂੰ ਜੁੜਨ ਤੋਂ ਪਹਿਲਾਂ ਨਾ ਉਸ ਵਾਹਿਗੁਰੂ ਜੀ ਦੇ ਪ੍ਰਤੀ ਹੋਣਾ ਪੈਂਦਾ, ਜਾਂ ਉਹ ਰੂਹਾਂ ਜਿਹੜੀਆਂ ਵਾਹਿਗੁਰੂ ਜੀ ਦੀਆਂ ਹੋ ਚੁੱਕੀਆਂ ਹੈਗੀਆਂ, ਉਹ ਮਹਾਂਪੁਰਖ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਆਪਣੀ ਘਾਲ ਮੁਸ਼ੱਕਤ ਦੇ ਨਾਲ ਪਰਮੇਸ਼ਰ ਨੂੰ ਪਾ ਲਿਆ ਹੈਗਾ, ਪਰਮੇਸ਼ਰ ਦੀ ਖੁਸ਼ੀ ਹਾਸਲ ਕਰ ਲਈ, ਉਹਦੇ ਹੋ ਚੁੱਕੇ ਆ। ਫਿਰ ਉਹ ਉਹਨਾਂ ਜੋ ਸੁਹਾਗਣੀਆਂ ਰੂਹਾਂ ਹੈਗੀਆਂ ਉਹਨਾਂ ਦੇ ਨਾਲ ਪਹਿਲਾਂ ਤਾਂ ਆਪਣੀ ਜਿਹੜੀ ਮਿੱਤਰਤਾ, ਦੋਸਤੀ ਹੈਗੀ ਆ ਉਹਨਾਂ ਦੇ ਨਾਲ ਕਰਦਾ ਹੈਗਾ। ਫਿਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੇ ਵੀ ਪਾਇਆ ਹੈ ਉਸ ਪਰਮੇਸ਼ਰ ਨੂੰ, ਉਹਨਾਂ ਨੇ ਆਪਣੀ ਜੋ ਮਨ ਦੀ ਦੁਨੀਆ, ਦੁਨਿਆਵੀ ਦੁਨੀਆ ਹੈਗੀ, ਇਹ ਸਾਰੀ ਕੁਰਬਾਨ ਕਰ ਦਿੱਤੀ ਹੈਗੀ। ਮਨ ਦੀਆਂ ਛਾਵਾਂ, ਮਨ ਦੀਆਂ ਖੁਸ਼ੀਆਂ, ਮਨ ਦੇ ਖੇੜੇ, ਭਾਵ ਜੋ ਵੀ ਕੁਛ ਵਾ ਉਹ ਸਾਰਾ ਕੁਛ ਛੱਡ ਕੇ ਕੇਵਲ ਤੇ ਕੇਵਲ ਇੱਕ ਆਸਰੇ ਵਾਹਿਗੁਰੂ ਦੇ ਹੋਏ ਆ।
ਜਦੋਂ ਉਹ ਇੱਕ ਆਸਰੇ ਹੋ ਕੇ, ਨਿਵਾਣੇ ਹੋ ਕੇ, ਨਿਤਾਣੇ ਹੋ ਕੇ ਵਾਹਿਗੁਰੂ ਦੇ ਨਾਲ ਜੁੜੇ ਆ, ਤਾਂ ਫਿਰ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਹ ਕੁਛ ਪ੍ਰਾਪਤ ਕਰ ਲਿਆ ਹੈਗਾ ਜਿਹੜਾ ਦੀ ਉਹਨੇ ਕਦੀ ਕਲਪਨਾ ਵੀ ਨਹੀਂ ਸੀ ਕੀਤੀ। ਫਿਰ ਉਹਨੂੰ ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ ਇਸ ਤਰ੍ਹਾਂ ਪਤਾ ਲੱਗਦਾ ਕਿ ਇੱਕ ਨਹੀਂ ਅਨੇਕਾਂ ਐਸੇ ਜਿਹੜੇ ਆ ਮਹਾਂਪੁਰਖ ਹੋਏ ਆ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬੜੀਆਂ ਭਾਰੀਆਂ ਕੋਸ਼ਿਸ਼ਾਂ ਕੀਤੀਆਂ, ਬਹੁਤ ਯਤਨ ਕੀਤੇ, ਦੁਨੀਆ ਤੋਂ ਪੂਰੀ ਤਰ੍ਹਾਂ ਨਾਰਾਜ਼ ਹੋ ਗਏ, ਆਪਣੇ ਰਾਜ ਭਾਗ ਛੱਡੇ ਆ। ਪਰ ਜਦੋਂ ਵਾਹਿਗੁਰੂ ਜੀ ਦੀ ਖੋਜ ਦੇ ਵਿੱਚ ਨਿਕਲੇ ਆ, ਫਿਰ ਉਹਨਾਂ ਨੇ ਆਪਣੇ ਅੰਦਰ ਜਾਣੀ ਜਦ ਸਾਰੀਆਂ ਇੱਛਾਵਾਂ ਜਿਹੜੀਆਂ ਸੀਗੀਆਂ, ਸਾਰੀਆਂ ਇੱਛਾ, ਸਾਰੇ ਸੰਕਲਪ ਜਿਹੜੇ ਸੀਗੇ, ਉਹਨਾਂ ਸੰਕਲਪਾਂ ਦੇ ਉੱਤੇ ਜਦ ਪੂਰਾ ਪਾਣੀ ਫੇਰ ਦਿੱਤਾ ਹੈ ਨਾ, ਸਭ ਕੁਝ ਛੱਡ ਦਿੱਤਾ, ਤਾਂ ਫਿਰ ਉਹ ਜਿਹੜੀ ਅਕਾਲ ਸ਼ਕਤੀ ਸੀਗੀ, ਜਦ ਉਹਨੇ ਦੇਖਿਆ ਕਿ ਇਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਰਹੀ, ਕੋਈ ਇੱਛਾ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ, ਫਿਰ ਉਹ ਅਕਾਲ ਸ਼ਕਤੀ ਪ੍ਰਤੱਖ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਕੇ ਉਹਨੂੰ ਸਦਾ ਲਈ ਮਾਲੋ ਮਾਲ ਕਰਕੇ, ਭਾਵ ਕੀ ਆ ਕਿ ਬਿਨਾਂ ਮੰਗਣ ਤੋਂ ਉਹਨੂੰ ਸਭ ਕੁਝ ਦੇਗੀ। ਸੋ ਜਦ ਜਗਿਆਸੂ ਨੂੰ ਇਹਦਾ ਪਤਾ ਲੱਗਦਾ ਹੈ ਨਾ, ਫਿਰ ਉਹ ਧਰਮ ਦਾ ਰਸਤਾ ਚੁਣਦਾ ਹੈਗਾ, ਧਰਮ ਦੇ ਮਾਰਗ 'ਤੇ ਜਾਂਦਾ ਹੈਗਾ। ਪਰ ਇਸ ਧਰਮ ਦੇ ਮਾਰਗ 'ਤੇ ਤੁਰਨ ਵਾਸਤੇ ਹੈ ਨਾ, ਪਹਿਲਾਂ ਉਹ ਦੇਖਦਾ ਹੈਗਾ ਕਿ ਸਭ ਤੋਂ ਸੁਚੱਜਾ ਮਾਰਗ ਕਿਹੜਾ ਹੈਗਾ, ਸੌਖਾ ਮਾਰਗ ਕਿਹੜਾ ਹੈਗਾ। ਪਰ ਖਾਸ ਕਰਕੇ ਗੁਰਸਿੱਖੀ ਦੀ ਨਜ਼ਰ ਦੇ ਵਿੱਚ ਜਦ ਉਹ ਤੱਕਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹੈ ਉਹ ਜਗਤ ਗੁਰੂ ਹੋਏ ਆ। ਸੋ ਜਦੋਂ ਜਗਤ ਗੁਰੂ ਦੀ ਸ਼ਰਨ ਆਉਂਦਾ ਹੈ ਨਾ, ਫਿਰ ਉਹਨੂੰ ਪਤਾ ਲੱਗਦਾ ਕਿ ਜਿਹੜਾ ਸਿੱਖ ਧਰਮ ਹੈਗਾ, ਇਹ ਸਿੱਖ ਧਰਮ ਸਭ ਤੋਂ ਸੌਖਾ ਧਰਮ ਹੈਗਾ, ਨਵੇਕਲਾ ਧਰਮ ਹੈਗਾ। ਇਸ ਧਰਮ ਦੇ ਅੰਦਰ ਜਦ ਉਹ ਚੱਲੇਗਾ ਹੈ ਨਾ, ਤੇ ਉਹ ਵਾਹਿਗੁਰੂ ਦਾ ਉਹ ਰਸਤਾ, ਉਹ ਪਾਂਧ ਜਾਂ ਉਹ ਮਾਰਗ ਆਸਾਨੀ ਦੇ ਨਾਲ ਪ੍ਰਾਪਤ ਕਰ ਲਏਗਾ, ਜਿਸ ਰਸਤੇ ਨੂੰ ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਹਨ ਲੱਖਾਂ ਸਾਲ ਤਪੱਸਿਆ ਕਰਨ ਤੋਂ ਬਾਅਦ ਵੀ ਅਜੇ ਉਸ ਰਸਤੇ 'ਤੇ ਆਪੜ ਨਹੀਂ ਸਕੇ ਹੈਗੇ। ਸੋ ਫਿਰ ਉਹਨੂੰ ਗਿਆਨ ਹੋ ਜਾਂਦਾ ਕਿ ਗੁਰੂ ਨਾਨਕ ਸਾਹਿਬ ਦਾ ਘਰ ਜਿਹੜਾ ਹੈ ਨਾ, ਇਹ ਬਿਲਕੁਲ ਸਿੱਧਾ ਰਸਤਾ ਹੈਗਾ। ਜਦ ਇਹ ਸਿੱਧਾ ਰਸਤਾ ਹੈਗਾ, ਇਹਦੇ ਵਿੱਚ ਕੋਈ ਜਿਹੜਾ ਹੈਗਾ ਟੋਆ ਟਿੱਬਾ ਨਹੀਂ ਹੈਗਾ, ਬਿਲਕੁਲ ਪੱਧਰਾ ਰਸਤਾ ਹੈਗਾ। ਦੂਸਰਾ ਕੀ ਹੈ ਕਿ ਇਹ ਜਿਹੜਾ ਰਸਤਾ ਹੈਗਾ, ਇਹ ਬਿਲਕੁਲ ਛੋਟਾ ਰਸਤਾ ਹੈਗਾ, ਇਹਦੇ ਵਿੱਚ ਕੋਈ ਘੁੰਮਣ ਘੇਰੀ ਵੀ ਨਹੀਂ ਹੈਗਾ। ਅਤੇ ਜਦ ਉਹਨੂੰ ਪਤਾ ਲੱਗਦਾ ਹੈ ਕਿ ਇਹ ਰਸਤਾ ਬਿਲਕੁਲ ਛੋਟਾ ਹੈਗਾ, ਪੱਧਰਾ ਹੈਗਾ, ਅਤੇ ਜਦ ਉਹਨੂੰ ਇਸ ਚੀਜ਼ ਦਾ ਜਿਹੜਾ ਹੈ ਨਾ ਸਾਰਾ ਭੇਦ ਪਤਾ ਲੱਗ ਜਾਂਦਾ ਹੈਗਾ ਕਿ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਫਿਰ ਜਦ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਜਾਂਦਾ ਹੈ ਨਾ, ਅਤੇ ਪਹਿਲਾਂ ਪਹਿਲ ਇਸ ਧਰਮ ਦੇ ਵਿੱਚ ਦਾਖਲ ਹੋਣ ਵਾਸਤੇ ਉਹ ਜੋ ਮਰਜ਼ਾਦਾ ਧਰਮ ਦੀ ਹੈ ਉਹ ਕੀ ਹੈ ਕਿ 5 ਕਕਾਰਾਂ ਦਾ ਧਾਰਨੀ ਹੋਣਾ। ਜਦ ਉਹ ਗੁਰਮੁਖ ਪਿਆਰਾ 5 ਕਕਾਰਾਂ ਦਾ ਧਾਰਨੀ ਹੋ ਕੇ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਜਾਂਦਾ, ਅਤੇ ਫਿਰ ਜੋ 5 ਪਿਆਰਿਆਂ ਵੱਲੋਂ ਦਿੱਤੀਆਂ ਹਦਾਇਤਾਂ ਰਹਿਤ ਮਰਜ਼ਾਦਾ ਹੁੰਦੀਆਂ, ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਂਦਾ ਹੈਗਾ। ਅਤੇ 5 ਪਿਆਰਿਆਂ ਦੀ ਰਹਿਤ ਮਰਜ਼ਾਦਾ ਜੀਵਨ ਦੇ ਵਿੱਚ ਅਪਣਾ ਕੇ ਫਿਰ 5 ਪਿਆਰੇ ਉਹਨੂੰ ਗੁਰਮੰਤਰ ਦਿੰਦੇ ਆ। ਜਦੋਂ 5 ਪਿਆਰਿਆਂ ਤੋਂ ਗੁਰਮੰਤਰ ਸ਼ਬਦ ਦੀ ਦਾਤ ਪ੍ਰਾਪਤ ਕਰਦਾ ਹੈਗਾ, ਤਾਂ ਫਿਰ ਇਸ ਗੁਰਮੰਤਰ ਨੂੰ, ਇਸ ਬੀਜ ਨੂੰ ਆਪਣੇ ਜੋ ਹਿਰਦੇ ਰੂਪੀ ਧਰਤੀ ਹੈਗੀ ਨਾ, ਉਹਦੇ ਵਿੱਚ ਜਦ ਬੀਜਦਾ ਹੈਗਾ, ਫਿਰ ਉਹ ਦੇਖਦਾ ਹੈਗਾ ਕਿ ਇਹਦੇ ਵਿੱਚ ਨਾ ਰੁੱਤ ਕਿਹੜੀ ਸੁਹਾਵਣੀ ਹੈਗੀ ਆ, ਕਿਉਂਕਿ ਰੁੱਤ ਦੇ ਵਿੱਚ ਜਿਹੜਾ ਹੈ ਨਾ ਬੀਜ ਬੀਜਿਆ ਹੈਗਾ, ਉਹ ਹੀ ਸਭ ਤੋਂ ਸਫਲ ਹੁੰਦਾ ਹੈਗਾ। ਫਿਰ ਉਹਨੂੰ ਗੁਰਬਾਣੀ ਜਾਂ ਗੁਰਮੁਖ ਪਿਆਰਿਆਂ ਦੀ ਸੰਗਤ ਤੋਂ ਇਸ ਗੱਲ ਦਾ ਗਿਆਨ ਹੋ ਜਾਂਦਾ ਕਿ ਰੁੱਤਾਂ ਵਿੱਚੋਂ ਜਿਹੜੀ ਰੁੱਤ ਹੈ ਨਾ, ਉਹ ਹੈ ਅੰਮ੍ਰਿਤ ਵੇਲਾ। ਇਹ ਜਿਹੜੀ ਅੰਮ੍ਰਿਤ ਵੇਲੇ ਦੀ ਰੁੱਤ ਹੈ ਸਭ ਤੋਂ ਸੁਹਾਵਣੀ ਹੈਗੀ ਆ, ਕਿਉਂਕਿ ਗੁਰਬਾਣੀ ਨੇ ਜੋ ਅੰਮ੍ਰਿਤ ਵੇਲੇ 'ਤੇ ਮੋਹਰ ਲਾਈ ਹੈ ਨਾ, ਹੋਰ ਕਿਸੇ ਵੇਲੇ 'ਤੇ ਮੋਹਰ ਨਹੀਂ ਲਾਈ। ਸਭ ਤੋਂ ਉੱਤਮ ਅਤੇ ਸਭ ਤੋਂ ਮਿਹਰਬਾਨ ਜਿਹੜਾ ਜਿਹਨੂੰ ਅਸੀਂ ਬ੍ਰਹਮ ਮੁਹੂਰਤ ਕਹਿੰਦੇ ਹਾਂ, ਉਹ ਹੈ ਅੰਮ੍ਰਿਤ ਵੇਲਾ। ਫਿਰ ਉਹਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਐਸੀ ਕਿਹੜੀ ਗੱਲ ਹੈ ਜਿਸ ਕਰਕੇ ਅੰਮ੍ਰਿਤ ਵੇਲਾ ਜਿਹੜਾ ਨਾ ਸਭ ਤੋਂ ਸ੍ਰੇਸ਼ਟ ਸਮਾਂ ਮੰਨਿਆ ਜਾਂਦਾ ਹੈਗਾ। ਫਿਰ ਉਹਨੂੰ ਇਸ ਗੱਲ ਦੇ ਵਿੱਚ ਇਸ ਚੀਜ਼ ਦਾ ਗਿਆਨ ਹੋ ਜਾਂਦਾ, ਜਿਵੇਂ ਗੁਰਬਾਣੀ ਜਿਹੜੀ ਹੈ ਉਹ ਦੱਸਦੀ ਹੈ ਕਿ ਫਰੀਦਾ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੇ ਨਾ ਭਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾਂ ਮਿਰਨ ਕਵਾਓ। ਕਿ ਰਾਤ ਨੂੰ ਅੰਮ੍ਰਿਤ ਵੇਲੇ ਕਸਤੂਰੀ ਦਾ ਪ੍ਰਸ਼ਾਦ ਵਾਹਿਗੁਰੂ ਵੱਲੋਂ ਪੂਰੇ ਬ੍ਰਹਿਮੰਡ ਦੇ ਅੰਦਰ ਵੰਡਿਆ ਜਾਂਦਾ ਹੈਗਾ, ਪਰ ਜਿਨ੍ਹਾਂ ਦੇ ਅੱਖਾਂ ਦੇ ਵਿੱਚ ਨੀਂਦ ਹੈਗੀ ਆ, ਉਹ ਇਸ ਭਾਗ ਤੋਂ, ਇਸ ਪ੍ਰਸ਼ਾਦ ਤੋਂ, ਇਸ ਕਿਰਪਾ ਰੂਪੀ ਜੋ ਅੰਮ੍ਰਿਤ ਹੈਗਾ, ਇਹ ਤੋਂ ਵਾਂਝੇ ਰਹਿ ਜਾਂਦੇ ਆ।
ਫਿਰ ਉਹ ਜਿਹੜਾ ਹੈ ਨਾ ਜਗਿਆਸੂ ਆ ਉਹਦੇ ਅੰਦਰ ਤਾਂਘ ਪੈਦਾ ਹੁੰਦੀ ਆ ਕਿ ਮੈਂ ਵੀ ਇਹ ਬੇਲਾ ਸੰਭਾਲਾਂ। ਫਿਰ ਉਹ ਕੀ ਕਰਦਾ ਹੈ ਵੀ ਇਸ ਬੇਲੇ ਵਾਸਤੇ ਹੈ ਨਾ ਪਹਿਲਾਂ ਆਪਣੇ ਆਪ ਨੂੰ ਜਦ ਉਹ ਫਿਰ ਤਿਆਰ ਕਰਦਾ ਹੈਗਾ। ਜਦੋਂ ਤਿਆਰ ਕਰਦਾ ਹੈਗਾ ਤੇ ਫਿਰ ਉਸ ਤਿਆਰੀ ਦੇ ਵਿੱਚ ਉਹਨੂੰ ਪਤਾ ਲੱਗਦਾ ਹੈਗਾ ਕਿ ਇਸ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਸਤੇ ਮੈਨੂੰ ਕੀ ਤਿਆਰੀ ਕਰਨੀ ਹੈਗੀ ਆ। ਸੋ ਅਗਰ ਉਹਨੂੰ ਜਦ ਪਹਿਲਾਂ ਤਿਆਰੀ ਦਾ ਪਤਾ ਲੱਗਦਾ ਹੈ, ਸਭ ਤੋਂ ਪਹਿਲਾਂ ਉਹ ਕੀ ਕਰਦਾ ਹੈ ਨਾ ਕਿ ਆਪਣੀ ਜਿਹੜੀ ਖੁਰਾਕ ਹੈਗੀ ਆ ਉਸ ਖੁਰਾਕ ਨੂੰ ਬਦਲਦਾ ਹੈਗਾ ਕਿ ਉਹਦੀ ਜਿਹੜੀ ਤਨ ਦੀ ਖੁਰਾਕ ਹੈ ਨਾ ਉਹ ਕਿਹੋ ਜਿਹੀ ਹੋਣੀ ਚਾਹੀਦੀ ਆ। ਕਿਉਂਕਿ ਖੁਰਾਕ ਦੇ ਭੇਦ ਦੇ ਪਿੱਛੇ, ਅੰਨ ਦੇ ਭੇਦ ਦੇ ਪਿੱਛੇ ਉਹਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਕਿ ਜੈਸਾ ਅੰਨ ਤੈਸਾ ਮਨ, ਕਿ ਪਹਿਲਾਂ ਤਾਂ ਜਿਹੋ ਜਿਹਾ ਮੈਂ ਅੰਨ ਛਕਾਂਗਾ ਉਹ ਜਿਹਾ ਜਿਹੜਾ ਹੈ ਨਾ ਮੇਰਾ ਤਨ ਆ ਉਸ ਅੰਨ ਦੇ ਪ੍ਰਭਾਵ ਨੂੰ ਕਬੂਲਦਾ ਹੈਗਾ। ਸੋ ਇਸ ਕਰਕੇ ਉਹਨੂੰ ਇਸ ਗੱਲ ਦਾ ਵੀ ਗਿਆਨ ਹੋ ਜਾਂਦਾ ਕਿ ਅਲਪ ਆਹਾਰ ਸੁਲਪ ਸ੍ਰੀ ਨਿੰਦਰਾ, ਕਿ ਮੈਂ ਥੋੜ੍ਹਾ ਅੰਨ ਛਕਾਂ ਅਤੇ ਥੋੜ੍ਹੀ ਨੀਂਦ ਜਿਹੜੀ ਹੈ ਨਾ ਹਾਸਲ ਕਰਾਂ। ਫਿਰ ਉਹ ਕੀ ਕਰਦਾ ਹੈਗਾ ਕਿ ਆਪਣੀ ਤਿਆਰੀ ਦੇ ਵਿੱਚ ਸਭ ਤੋਂ ਪਹਿਲਾਂ ਉਹ ਸੂਰਜ ਛਿਪਣ ਤੋਂ ਪਹਿਲਾਂ ਜਿਹੜੀ ਅੰਨ ਦੀ ਗਰਾਹੀ ਆਪਣੇ ਮੁੱਖ ਦੇ ਵਿੱਚ ਪਾਉਂਦਾ ਹੈ ਉਹ ਹੁੰਦਾ ਹੈ ਸਾਦਾ ਭੋਜਨ। ਜਿਹੜਾ ਸਾਦਾ ਭੋਜਨ ਹੈ ਨਾ ਉਹ ਸੂਰਜ ਛਿਪਣ ਤੋਂ ਪਹਿਲਾਂ ਥੋੜ੍ਹਾ ਬਹੁਤਾ ਛਕਦਾ ਹੈਗਾ। ਇਸ ਢੰਗ ਨਾਲ ਛਕਦਾ ਹੈਗਾ ਕਿ ਮੇਰੀ ਸਿਹਤ ਵੀ ਠੀਕ ਰਹੇ ਅਤੇ ਇਸ ਭੋਜਨ ਦਾ ਮੇਰੇ ਸਰੀਰ ਦੇ ਉੱਤੇ ਉਹ ਪ੍ਰਭਾਵ ਨਾ ਪਵੇ ਜਿਹਦੇ ਨਾਲ ਸਰੀਰ ਦੇ ਵਿੱਚ ਆਲਸ ਹੋ ਜਾਵੇ ਜਾਂ ਸਰੀਰ ਕਿਸੇ ਰੋਗ ਦਾ ਸ਼ਿਕਾਰ ਹੋ ਜਾਵੇ। ਪਹਿਲ ਤਾਂ ਉਹ ਹੈ ਨਾ ਆਪਣੇ ਭੋਜਨ ਵੱਲ ਧਿਆਨ ਦਿੰਦਾ ਹੈਗਾ। ਜਦੋਂ ਉਹ ਆਪਣੇ ਭੋਜਨ ਵੱਲ ਧਿਆਨ ਦਿੰਦਾ ਹੈਗਾ ਅਤੇ ਫਿਰ ਉਹਨੂੰ ਇੱਕ ਨੇਮ ਜਿਹੜਾ ਹੈ ਨਾ ਆਪਣੇ ਜੀਵਨ ਦੇ ਵਿੱਚ ਬਣਾਉਣਾ ਪੈਂਦਾ ਹੈਗਾ ਕਿ ਜਿੰਨੀ ਉਹ ਜਲਦੀ ਰਾਤ ਨੂੰ ਸੋਏਗਾ ਓਨੀ ਛੇਤੀ ਸੁਬਾਹ ਉੱਠ ਸਕਦਾ ਹੈਗਾ। ਫਿਰ ਉਹਨੂੰ ਇਹ ਗਿਆਨ ਹੋ ਜਾਂਦਾ ਹੈਗਾ ਕਿ ਜੀਵਨ ਦੇ ਵਿੱਚ ਖਾਸ ਕਰਕੇ 5 ਘੰਟੇ ਸੌਣਾ ਜਾਣੀ ਸਿਹਤ ਵਾਸਤੇ ਜ਼ਰੂਰੀ ਹੈਗਾ। ਫਿਰ ਉਹ ਜਾਣੀ 1-2 ਘੰਟੇ ਇੱਧਰ ਉੱਧਰ ਜਦ ਸਮੇਂ ਦੇ ਵਿੱਚ ਹੋ ਸਕਦੇ ਉਹ ਦਿਨ ਦੇ ਵਿੱਚ ਵੀ ਇਸਤੇਮਾਲ ਕਰ ਸਕਦਾ ਹੈਗਾ, ਪਰ ਆਪਣੇ ਜੀਵਨ ਨੂੰ ਇਸ ਢੰਗ ਦੇ ਨਾਲ ਉਹ ਚਲਾਉਂਦਾ ਹੈਗਾ ਤਾਂ ਜੋ ਅੰਮ੍ਰਿਤ ਵੇਲਾ ਜਿਹੜਾ ਹੈ ਨਾ ਇਹ ਸੰਭਾਲਿਆ ਜਾਵੇ। ਫਿਰ ਉਹਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਦੇ ਵਿੱਚ ਇਹ ਪਤਾ ਲੱਗਦਾ ਕਿ ਅੰਮ੍ਰਿਤ ਵੇਲਾ ਦਰਅਸਲ ਹੈ ਕੀ ਆ, ਪਰ ਸਤ ਸੰਗਤ ਤੋਂ ਪੂਰੇ ਗੁਰਮੁਖਾਂ ਦੀ ਸੰਗਤ ਉਹਨੂੰ ਇਹ ਚੀਜ਼ ਦਾ ਜਿਹੜਾ ਹੈ ਨਾ ਭੇਦ ਪਤਾ ਲੱਗਦਾ ਹੈ ਕਿ ਅੰਮ੍ਰਿਤ ਵੇਲਾ ਉਹ ਟਾਈਮ ਹੈਗਾ ਜਿਹੜਾ ਸੂਰਜ ਚੜ੍ਹਨ ਤੋਂ 3 ਘੰਟੇ ਪਹਿਲਾਂ ਦਾ ਸਮਾਂ ਹੈ। ਇਸ ਕਰਕੇ ਇਹਨੂੰ ਬ੍ਰਹਮ ਮੁਹੂਰਤ ਵੀ ਆਖਦੇ ਆ ਕਿ ਸੂਰਜ ਚੜ੍ਹਨ ਤੋਂ 3 ਘੰਟੇ ਦਾ ਪਹਿਲਾ ਸਮਾਂ ਇਹ ਅੰਮ੍ਰਿਤ ਵੇਲਾ ਕਹਾਉਂਦਾ ਹੈਗਾ। ਸੋ ਇਸ ਕਰਕੇ ਇਸ 3 ਘੰਟੇ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਇਹਨੂੰ ਸੰਭਾਲਣ ਵਾਸਤੇ ਉਹਦੇ ਅੰਦਰ ਪੂਰੇ ਜਿਹੜਾ ਜੋਸ਼ ਹੈ, ਉਤਸ਼ਾਹ ਹੈਗਾ, ਉਹ ਠਾਠਾਂ ਮਾਰਨਾ ਸ਼ੁਰੂ ਕਰ ਦਿੰਦਾ ਹੈਗਾ। ਜਦ ਠਾਠਾਂ ਮਾਰਨਾ ਸ਼ੁਰੂ ਕਰ ਦਿੰਦਾ ਹੈਗਾ ਅਤੇ ਜਦ ਉਹ ਰਾਤ ਨੂੰ ਸੌਂਦਾ ਹੈਗਾ, ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅੱਗੇ ਇਹ ਜੋਦੜੀ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰੀ ਮੈਨੂੰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ੀ। ਜਦ ਉਹ ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜਾ ਹੈ ਵਾਹਿਗੁਰੂ ਜੀ ਤੋਂ ਮੰਗਦਾ ਹੈਗਾ, ਫਿਰ ਉਸ ਜਾਗਣ ਦੇ ਵਿੱਚ ਉਹ ਜਿਸ ਜਗ੍ਹਾ ਦੇ ਵਿੱਚ ਉਸ ਨੇ ਬੈਠ ਕੇ ਵਾਹਿਗੁਰੂ ਦੀ ਇਬਾਦਤ ਕਰਨੀ ਹੈਗੀ ਆ, ਬੰਦਗੀ ਕਰਨੀ ਆ, ਪਰਮੇਸ਼ਰ ਨਾਲ ਜੁੜਨਾ ਹੈਗਾ, ਪਹਿਲਾਂ ਤਾਂ ਉਹ ਜਿਹੜਾ ਥਾਂ ਹੈਗਾ ਨਾ ਉਸ ਥਾਂ ਨੂੰ ਪਹਿਲਾਂ ਸਵਾਰਦਾ ਹੈਗਾ, ਤਿਆਰ ਕਰਦਾ ਹੈਗਾ। ਸੋ ਉਹ ਕੀ ਹੈ ਕਿ ਉਹਨੇ ਜਦ ਅੰਮ੍ਰਿਤ ਵੇਲੇ ਉੱਠਣਾ ਹੈ ਨਾ, ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਉਹਨੇ ਇਸ਼ਨਾਨ ਕਰਨਾ ਹੈਗਾ। ਜਦ ਉਹਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਸੋਹਣੇ ਸਵੱਛ ਕੱਪੜੇ ਜਿਹੜੇ ਕੇਵਲ ਅਤੇ ਕੇਵਲ ਸਿਮਰਨ ਦੇ ਵਿੱਚ ਹੀ ਵਰਤੇ ਜਾਣੇ ਆ, ਉਹ ਕੱਪੜੇ ਜਿਹੜੇ ਇੰਨੇ ਤੰਗ ਨਾ ਹੋਣ, ਥੋੜ੍ਹੇ ਖੁੱਲ੍ਹੇ ਹੋਣ ਤਾਂ ਜੋ ਜਿਹੜਾ ਜਗਿਆਸੂ ਗੁਰਸਿੱਖ ਹੈਗਾ ਉਹਨਾਂ ਕੱਪੜਿਆਂ ਦੇ ਵਿੱਚ ਆਰਾਮ ਜਿਹੜਾ ਹੈ ਨਾ ਉਹ ਅਨੁਭਵ ਕਰ ਸਕੇ। ਸੋ ਸਰੀਰਕ ਇਸ਼ਨਾਨ ਦੀ ਕਿਰਿਆ ਜਦ ਸੋਧਦਾ ਹੈਗਾ ਅਤੇ ਸਰੀਰਕ ਇਸ਼ਨਾਨ ਦੀ ਕਿਰਿਆ ਨੂੰ ਸੋਧ ਕੇ ਫਿਰ ਉਹਨੂੰ ਆਪਣਾ ਉਹ ਥਾਂ ਜਾਂ ਉਹ ਜਗ੍ਹਾ ਵੱਲ ਧਿਆਨ ਦੇਣਾ ਹੈਗਾ ਕਿ ਉਹ ਜਗ੍ਹਾ ਚਾਹੀਦੀ ਹੈ ਜਿਹੜੀ ਜਗ੍ਹਾ ਦੇ ਵਿੱਚ ਉਹ ਆਰਾਮ ਦੇ ਨਾਲ ਬੰਦਗੀ ਕਰ ਸਕਦਾ, ਭਾਵ ਕਿ ਉਹ ਕਮਰਾ ਜਿਹੜਾ ਕਿਸੇ ਇਕਾਂਤ ਦੇ ਵਿੱਚ ਹੋਵੇ ਜਾਂ ਉਹ ਥਾਂ ਜਿੱਥੇ ਹੈ ਨਾ ਆਉਣੀ ਜਾਣੀ ਕਿਸੇ ਦੀ ਘੱਟ ਹੋਵੇ। ਸੋ ਉਹ ਪਹਿਲਾਂ ਸਭ ਤੋਂ ਪਹਿਲਾਂ ਨਾ ਨਜ਼ਰ ਦੇ ਵਿੱਚ ਇਹ ਜਗ੍ਹਾ ਵੀ ਚੁਣਦਾ ਹੈਗਾ। ਫਿਰ ਉੱਥੇ ਕੀ ਕਰਦਾ ਹੈ ਕਿ ਉੱਥੇ ਖਾਸ ਕਰਕੇ ਜ਼ਮੀਨ ਜਾਂ ਭੁੰਜੇ ਇੱਕ ਸੁੰਦਰ ਕੱਪੜਾ ਵਿਛਾ ਕੇ, ਜਦ ਸੁੰਦਰ ਕੱਪੜਾ ਵਿਛਾਉਂਦਾ ਹੈ ਨਾ ਉਸ ਜਗ੍ਹਾ ਦੇ ਉੱਤੇ, ਉਸ ਜਗ੍ਹਾ 'ਤੇ ਸੁੰਦਰ ਕੱਪੜਾ ਵਿਛਾ ਕੇ ਤਾਂ ਇਸ ਢੰਗ ਦੇ ਨਾਲ ਉਸ ਕੱਪੜੇ ਦਾ ਇਸਤੇਮਾਲ ਕਰਦਾ ਹੈਗਾ ਤਾਂ ਜੋ ਜਿਹੜਾ ਕੱਪੜਾ ਹੈ ਨਾ ਤਾਂ ਜ਼ਿਆਦਾ ਮੁਲਾਇਮ ਹੋਵੇ ਅਤੇ ਨਾ ਹੀ ਜ਼ਿਆਦਾ ਖੁਰਦਰਾ ਹੋਵੇ, ਭਾਵ ਕਿ ਇਹੋ ਜਿਹਾ ਕੱਪੜਾ ਹੋਣਾ ਚਾਹੀਦਾ ਹੈਗਾ ਜਿਹਦੇ ਉੱਤੇ ਉਹ ਆਰਾਮ ਦੇ ਨਾਲ ਜਿਹੜਾ ਨਾ ਬੈਠ ਸਕੇ।
ਤੇ ਇੰਨਾ ਮੁਲਾਇਮ ਵੀ ਨਹੀਂ ਹੋਣਾ ਚਾਹੀਦਾ ਕਿ ਜਿਹਦੇ ਨਾਲ ਉਹਨੂੰ ਹੈ ਨਾ ਉਸ ਕੱਪੜੇ 'ਤੇ ਬੈਠ ਕੇ ਸੁੱਖ ਪ੍ਰਤੀਤ ਹੋਵੇ, ਤੇ ਇੰਨਾ ਖੁਰਦਰਾ ਵੀ ਨਹੀਂ ਹੋਣਾ ਚਾਹੀਦਾ ਪਹਿਲੇ ਪਰ ਜਿਹਦੇ ਨਾਲ ਉਹਦੇ ਸਰੀਰ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਜਾਂ ਦੁੱਖ ਹੋਵੇ। ਸੋ ਉਹਨੇ ਇਹ ਜਿਹੜਾ ਹੈ ਨਾ ਕੱਪੜਾ ਜਦ ਜ਼ਮੀਨ 'ਤੇ ਸ਼ਵੱਛ ਵਿਛਾਉਣਾ ਹੈਗਾ। ਇਸ ਵਿਛਾਈ ਤੋਂ ਬਾਅਦ ਫਿਰ ਉਸ ਨੇ ਇਸ ਆਸਣ ਦੇ ਅੱਗੇ ਇੱਕ ਧੂਫ ਜਾਂ ਜਿਹੜੀ ਹੈ ਨਾ ਸੁਗੰਧੀ ਹੈਗੀ ਆ ਉਹ ਵੀ ਜ਼ਰੂਰ ਰੱਖਣੀ ਹੈਗੀ ਆ, ਕਿਉਂਕਿ ਜਿਹੜੀ ਧੂਫ ਤੇ ਸੁਗੰਧੀ ਹੁੰਦੀ ਆ ਇਹ ਮਨ ਦੀ ਜਿਹੜੀ ਹੈ ਨਾ ਬਾਹਰਮੁਖੀ ਬਿਰਤੀ ਖੰਡਾਓ ਹੈਗੀ ਆ, ਇਹਨੂੰ ਰੋਕਣ ਦੇ ਵਿੱਚ ਉਸ ਗੁਰਸਿੱਖ ਦੀ ਜਿਹੜੀ ਹੈ ਨਾ ਸੁਰਤ ਹੈਗੀ ਉਹਨੂੰ ਇਕਾਗਰ ਕਰਨ ਦੇ ਵਿੱਚ ਮਦਦ ਕਰਦੀ ਹੈ। ਸੋ ਨਾਲ ਸੁਗੰਧੀ ਵੀ ਹੋਣੀ ਚਾਹੀਦੀ ਆ ਜਾਂ ਧੂਫ ਹੋਣੀ ਚਾਹੀਦੀ ਆ ਜਾਂ ਕੁਛ ਐਸੇ ਜਿਹੜੇ ਨਾ ਫੁੱਲਾਂ ਦੀ ਜਿਹੜੀ ਮਹਿਕ ਹੈਗੀ ਆ ਉਹ ਉਹਦੇ ਕੋਲ ਜਿਹੜਾ ਉਹ ਹੋਣੀ ਬੜੀ ਲਾਭਦਾਇਕ ਹੁੰਦੀ ਆ। ਉਹਦੇ ਨਾਲ ਕੀ ਹੈ ਕਿ ਉਹਨੇ ਥੋੜ੍ਹਾ ਜਿਹਾ ਜਿਹੜਾ ਸ਼ਵੱਛ ਜਲ ਤਾਜ਼ਾ ਹੋਵੇ ਉਹ ਕਿਸੇ ਨਾ ਕਿਸੇ ਜਿਹੜਾ ਹੈ ਨਾ ਸ਼ਵੱਛ ਬਰਤਨ ਦੇ ਵਿੱਚ ਪਾ ਕੇ ਕੋਲ ਜ਼ਰੂਰ ਰੱਖ ਲੈਣਾ ਚਾਹੀਦਾ ਹੈਗਾ। ਜਦੋਂ ਉਹ ਥੋੜ੍ਹਾ ਸ਼ਵੱਛ ਬਰਤਨ ਆਪਣੇ ਕੋਲ ਰੱਖੇਗਾ ਕਿਸੇ ਭਾਂਡੇ ਦੇ ਵਿੱਚ ਚੰਗੀ ਤਰ੍ਹਾਂ ਢੱਕ ਕੇ, ਤਾਂ ਉਸ ਤੋਂ ਬਾਅਦ ਜਦ ਉਹਨੇ ਆਸਣ 'ਤੇ ਬੈਠਣਾ ਹੈਗਾ ਤੇ ਉਹਨੇ ਸਭ ਤੋਂ ਪਹਿਲਾਂ ਜਦ ਚੌਂਕੜਾ ਲਾਉਣਾ ਹੈ ਨਾ, ਇਸ ਚੌਂਕੜੇ ਦੇ ਵਿੱਚ ਉਹਨੇ ਕੀ ਦੇਖਣਾ ਹੈਗਾ ਕਿ ਜਿਹੜਾ ਮੈਂ ਚੌਂਕੜਾ ਲਾਇਆ ਹੈਗਾ ਇਸ ਚੌਂਕੜੇ ਨੂੰ ਮੈਂ ਆਪਣੇ ਆਪ ਦੇ ਵਿੱਚ ਇਸ ਢੰਗ ਦੇ ਨਾਲ ਲਾਵਾਂ ਤਾਂ ਜੋ ਇਹ ਚੌਂਕੜਾ ਲਾਉਣ ਦੇ ਵਿੱਚ ਪਹਿਲੇ ਪਹਿਲ ਜਿਹੜੀ ਹੈ ਨਾ ਮੈਨੂੰ ਕੋਈ ਬਹੁਤੀ ਸਰੀਰਕ ਤਕਲੀਫ ਨਾ ਹੋਵੇ। ਸੋ ਫਿਰ ਉਹ ਯੁਕਤ ਬਣਾਉਂਦਾ ਹੈਗਾ। ਉਹ ਯੁਕਤ ਕੀ ਹੈ ਕਿ ਉਹ ਦੇਖਦਾ ਹੈਗਾ ਕਿ ਜਿਹੜੇ ਜਾਂ ਇਸ ਆਸਣਾਂ ਦੇ ਵਿੱਚ ਯੋਗ ਰਿਸ਼ੀ ਮੁਨੀ ਆਪਣੇ ਆਸਣਾਂ ਨੂੰ ਵਰਤਦੇ ਆ, ਉਹਨਾਂ ਆਸਣਾਂ ਦੇ ਵਿੱਚ ਉਹ ਦੇਖਦਾ ਹੈਗਾ ਕਿ ਕਈਆਂ ਨੇ ਜੋ ਲੱਕੜ ਦੇ ਜਿਹੜੇ ਨਾ ਆਸਣ ਹੁੰਦੇ ਆ ਉਹ ਬਣਾਏ ਹੁੰਦੇ ਆ। ਜਦ ਉਹ ਇਹਨਾਂ ਲੱਕੜਾਂ ਦੇ ਬਣੇ ਆਸਣਾਂ ਨੂੰ ਤੱਕਦਾ ਹੈਗਾ ਤਾਂ ਫਿਰ ਉਹ ਚਾਹੁੰਦਾ ਹੈਗਾ ਕਿ ਮੈਂ ਉਹ ਆਸਣ ਲਵਾਂ ਕਿ ਜਿਹੜਾ ਆਸਣ ਪਹਿਲੇ ਪਹਿਲ ਮੈਨੂੰ ਜਿਹੜਾ ਹੈ ਨਾ ਵਾਹਿਗੁਰੂ ਦੇ ਨਾਲ ਆਸਾਨੀ ਨਾਲ ਜੋੜ ਸਕੇ, ਮੇਰੀ ਆਦਤ ਬਣਾ ਸਕੇ। ਸੋ ਇਸ ਕਰਕੇ ਉਹ ਪਹਿਲਾਂ ਪਹਿਲ ਜਿਹੜੀਆਂ ਹਨ ਜਿਹਨਾਂ ਨੂੰ ਅਸੀਂ ਲੱਕੜ ਦੇ ਆਸਣ ਜਾਂ ਚੌਂਕੀਆਂ ਆਖਦੇ ਹਾਂ ਜਾਂ ਉਹ ਆਸਣ ਜਿਹੜੇ ਮਹਾਂਪੁਰਖ ਵਰਤਦੇ ਆ, ਇਹਨਾਂ ਆਸਣਾਂ ਤੋਂ ਸਭ ਤੋਂ ਜਿਹੜਾ ਸੌਖਾ ਆਸਣ ਉਹ ਕੀ ਹੈ ਕਿ ਇੱਕ ਸਰਾਣਾ ਲੈ ਲੈਣਾ ਚਾਹੀਦਾ ਹੈਗਾ। ਉਹ ਇੱਕ ਸਰਾਣਾ ਲੈ ਲੈਂਦਾ ਹੈ। ਸਰਾਣਾ ਜਿਹੜਾ ਹੈ ਨਾ ਆਪਣੇ ਪਿੱਠ ਦੇ ਪਿੱਛੇ ਇਸ ਢੰਗ ਨਾਲ ਰੱਖਦਾ ਹੈਗਾ ਕਿ ਤਾਂ ਜੋ ਜਿਹੜੀ ਪਿੱਠ ਹੈ ਨਾ ਥੱਲਿਓਂ ਜਿਹੜੀ ਹੈਗੀ ਹੈ ਥੋੜ੍ਹਾ ਉੱਚੀ ਰਹੇ ਅਤੇ ਜਿਹੜਾ ਵਜਨ ਹੈ ਨਾ ਉਹ ਖਾਸ ਕਰਕੇ ਪਿੱਠ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਹੈ ਨਾ ਉਹ ਆ ਨਾ ਸਕੇ, ਬੜੇ ਆਰਾਮ ਦੇ ਨਾਲ ਬੈਠ ਸਕੇ, ਵਜਨ ਜ਼ਿਆਦਾ ਪੈਰਾਂ ਉੱਤੇ ਨਾ ਪੈ ਸਕੇ। ਜਦੋਂ ਇਸ ਕਰਕੇ ਇਸ ਢੰਗ ਦੇ ਨਾਲ ਸਰਾਣੇ 'ਤੇ ਬੈਠ ਕੇ ਚੌਂਕੜਾ ਮਾਰਦਾ ਹੈਗਾ ਤਾਂ ਫਿਰ ਉਹਨੇ ਆਪਣੀ ਜਿਹੜੀ ਹੈ ਨਾ ਰੀੜ੍ਹ ਦੀ ਹੱਡੀ ਹੈਗੀ ਆ ਇਹ ਬਿਲਕੁਲ ਸਿੱਧੀ ਰੱਖਣੀ ਹੈ। ਖਾਸ ਕਰਕੇ ਪਹਿਲੇ ਪਹਿਲ ਕਿਸੇ ਢਾਸਣਿਆਂ ਦੀ ਜਾਂ ਕਿਸੇ ਹੋਰ ਚੀਜ਼ ਦੀ ਸਹਾਇਤਾ ਨਹੀਂ ਲੈਣੀ, ਪਰ ਪਹਿਲੇ ਪਹਿਲ ਥੋੜ੍ਹਾ ਮੁਸ਼ਕਲ ਜ਼ਰੂਰ ਆਉਂਦਾ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਹੈ ਨਾ ਪਹਿਲੇ ਪਹਿਲ ਸਰੀਰ ਨੂੰ ਆਦਤ ਨਹੀਂ ਬਣੀ ਹੁੰਦੀ। ਪਰ ਜਦੋਂ ਉਹ ਆਪਣੀ ਜਿਹੜੀ ਹੈ ਇਸ ਵਿਧੀ ਦੇ ਵਿੱਚ ਜਾਂ ਇਸ ਕੰਮ ਦੇ ਵਿੱਚ ਉਹ ਥੋੜ੍ਹਾ ਆਪਣੇ ਆਪ ਨੂੰ ਢਾਲਣਾ ਸ਼ੁਰੂ ਕਰ ਦਿੰਦਾ ਹੈਗਾ। ਜਦ ਸਰਾਣੇ 'ਤੇ ਬੈਠ ਕੇ ਚੌਂਕੜਾ ਬੜੇ ਆਰਾਮ ਨਾਲ ਮਾਰ ਕੇ ਆਪਣੇ ਸਰੀਰ ਦੀ ਜਿਹੜੀ ਪਿਛਲੀ ਬੈਕ ਹੈਗੀ ਆ ਰੀੜ੍ਹ ਦੀ ਹੱਡੀ ਉਹਨੇ ਸਿੱਧਾ ਕਰਕੇ ਅਤੇ ਬਿਲਕੁਲ ਵਾਹਿਗੁਰੂ ਦੇ ਮੋਹਰੇ ਬਿਲਕੁਲ ਤਿਆਰ ਹੋ ਕੇ ਆਪਣੇ ਦੋਨੇ ਹੱਥ ਜਿਹੜੇ ਹਨ ਉਹ ਇੱਕ ਦੂਜੇ ਨਾਲ ਇਸ ਤਰ੍ਹਾਂ ਜੋੜਨੇ ਹੈਗੇ ਆ ਕਿ ਉਹਨੇ ਮੰਗਣ ਦੀ ਹਾਲਤ ਦੇ ਵਿੱਚ ਪਰਮੇਸ਼ਰ ਦੇ ਅੱਗੇ ਬਹਿਣਾ ਹੈਗਾ। ਜਦੋਂ ਮੰਗਣ ਦੀ ਹਾਲਤ ਦੇ ਵਿੱਚ ਪਰਮੇਸ਼ਰ ਦੇ ਅੱਗੇ ਬੈਠੇਗਾ ਹੈ ਨਾ ਤਾਂ ਫਿਰ ਉਹਨੂੰ ਇਸ ਤਰ੍ਹਾਂ ਜਿਹੜਾ ਹੈ ਨਾ ਮਨ ਦੇ ਵਿੱਚ ਹੋ ਜਾਣਾ ਚਾਹੀਦਾ ਕਿ ਹੁਣ ਮੈਂ ਜਿਹੜਾ ਆਸਣ ਲਾਇਆ ਹੈਗਾ, ਜਿਸ ਆਸਣ ਦੇ ਵਿੱਚ ਬੈਠਾ ਹੈਗਾ, ਪਹਿਲਾਂ ਤਾਂ ਆਪਣੇ ਅੰਦਰ ਝਾਤ ਮਾਰਨੀ ਹੈਗੀ ਹੈ ਕਿ ਕਿਸੇ ਤਰ੍ਹਾਂ ਦਾ ਇਸ ਆਸਣ ਦੇ ਵਿੱਚ ਮੈਨੂੰ ਜਿਹੜੀ ਸੁਰਤ ਹੈਗੀ ਹੈ ਕਿਸੇ ਦੂਸਰੇ ਪਾਸੇ ਤਾਂ ਨਹੀਂ ਜ਼ਿਆਦਾ ਇਕਾਗਰ ਕਰਦੀ। ਪਰ ਜਦ ਉਹਨੂੰ ਪਤਾ ਲੱਗਦਾ ਹੈ ਕਿ ਇਹ ਜਿਹੜਾ ਚੌਂਕੜਾ ਮਾਰ ਕੇ ਬੈਠਣ ਦਾ ਆਸਣ ਹੈਗਾ ਇਹ ਸਿਮਰਨ ਸਾਧਨਾ ਦੀ ਇਕਾਗਰਤਾ ਵਿੱਚ ਸਭ ਤੋਂ ਨੰਬਰ 1 'ਤੇ ਸਹਾਇਤਾ ਕਰਦਾ ਹੈਗਾ, ਫਿਰ ਉਹਨੂੰ ਮਨ ਹੀ ਮਨ ਬੜੀ ਖੁਸ਼ੀ ਹੁੰਦੀ ਆ। ਪਰ ਜਦੋਂ ਉਹਨੇ ਇਹ ਆਸਣ ਲਾ ਕੇ ਵਾਹਿਗੁਰੂ ਦੇ ਧਿਆਨ ਦੇ ਵਿੱਚ ਜੋੜਨਾ ਹੈ ਨਾ, ਫਿਰ ਉਹਨੂੰ ਇਸ ਚੀਜ਼ ਦਾ ਵੀ ਗਿਆਨ ਹੋਣਾ ਚਾਹੀਦਾ ਹੈ ਕਿਉਂਕਿ ਪਹਿਲੇ ਇਹ ਥੋੜ੍ਹਾ ਕੰਮ ਹੈ ਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਜਿਹੜੀ ਸੁਰਤ ਹੈਗੀ ਹੈ ਨਾ ਇਹ ਨਾਮ ਜਪੜ ਦੇ ਟਾਈਮ ਇਹ ਪਹਿਲੇ ਬਾਹਰਮੁਖੀ ਜ਼ਿਆਦਾ ਭੱਜਦੀ ਹੈਗੀ ਆ। ਸੋ ਬਾਹਰਮੁਖੀ ਸੁਰਤ ਨਾ ਜਾਵੇ, ਕਮ ਸੇ ਕਮ ਜ਼ਿਆਦਾ ਤੋਂ ਜ਼ਿਆਦਾ ਟਾਈਮ ਸੁਰਤ ਜਿਹੜੀ ਹੈ ਨਾਮ ਦੇ ਵਿੱਚ ਜੁੜੀ ਰਹੇ, ਨਾਮ ਦੇ ਨਾਲ ਇਸ ਸੁਰਤ ਦਾ ਜਿਹੜਾ ਹੈ ਨਾ ਮੇਲ ਹੋਵੇ
ਤਾਂ ਇਸ ਕਰਕੇ ਉਹਨੂੰ ਇੱਕ ਹੋਰ ਸਾਧਨ ਜਿਹੜਾ ਇਹਦੇ ਵਿੱਚ ਅਗਰ ਉਹ ਵਰਤੇਗਾ ਤਾਂ ਉਹ ਵੀ ਇਹਦੇ ਵਾਸਤੇ ਬਹੁਤ ਜ਼ਿਆਦਾ ਸਿੱਧ ਲਾਭਦਾਇਕ ਹੋਏਗਾ। ਉਹ ਕੀ ਹੈ ਕਿ ਇਹਨੂੰ ਇੱਕ ਹੈ ਨਾ ਹੱਥ ਦੇ ਵਿੱਚ ਇੱਕ ਸੁੰਦਰ ਜਿਹੜੀ ਮਾਲਾ ਹੈਗੀ ਆ ਉਹਦਾ ਵੀ ਜਿਹੜੀ ਹੈ ਨਾ ਹੱਥ ਦੇ ਵਿੱਚ ਲੈ ਲੈਣੀ ਚਾਹੀਦੀ ਹੈਗੀ ਆ। ਜਦੋਂ ਇਹ ਸੁੰਦਰ ਮਾਲਾ ਜਦ ਆਪਣੇ ਹੱਥ ਦੇ ਵਿੱਚ ਲਏਗਾ ਤਾਂ ਉਹ ਜਿਹੜਾ ਸ਼ਬਦ ਦਾ ਇਹਨੇ ਜਾਪ ਜਪਣਾ ਹੈਗਾ, ਜਿਹੜਾ ਸ਼ਬਦ 5 ਪਿਆਰਾਂ ਵੱਲ ਉਹਨੇ ਦਿੱਤਾ ਹੈਗਾ, ਫਿਰ ਇਹਨੂੰ ਇਹ ਪਤਾ ਲੱਗ ਜਾਏਗਾ ਕਿ ਜਦੋਂ ਮੈਂ ਇਸ ਮਾਲਾ ਨੂੰ ਸਾਧਨ ਬਣਾ ਕੇ ਵਾਹਿਗੁਰੂ ਵਾਹਿਗੁਰੂ ਦਾ ਜਦੋਂ ਧਿਆਨ ਧਰੇਗਾ ਹੈ ਨਾ, ਤਾਂ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਕੁਛ ਧਿਆਨ ਜਿਹੜਾ ਮੇਰਾ ਹੈਗਾ ਉਹ ਮਾਲਾ ਦੇ ਵਿੱਚ ਜਾਏਗਾ ਅਤੇ ਕੁਛ ਧਿਆਨ ਮੇਰਾ ਜਿਹੜਾ ਹੈ ਨਾ ਅੱਖਰਾਂ ਵਿੱਚ ਜਾਏਗਾ। ਭਾਵ ਕੀ ਆ, ਮਾਲਾ ਇਹ ਸੁਰਤ ਨੂੰ ਬਾਹਰ ਮੁਖੀ ਹੋਣ ਦੇ ਵਿੱਚ ਉਹਦੇ ਵਾਸਤੇ ਹਨ ਬਹੁਤ ਜ਼ਿਆਦਾ ਕਾਰਗਲ ਸਿੱਧ ਹੋਵੇਗੀ। ਜਦੋਂ ਪੂਰੀ ਤਰ੍ਹਾਂ ਇਸ ਤਿਆਰੀ ਦੇ ਵਿੱਚ ਆ ਜਾਂਦਾ ਹੈਗਾ, ਫਿਰ ਉਹਦੇ ਮਨ ਦੇ ਵਿੱਚ ਨਾ ਚਾਅ ਜ਼ਰੂਰ ਹੋ ਜਾਂਦਾ ਹੈਗਾ ਕਿ ਮੈਂ ਹੁਣ ਆਪਣੀ ਜਿਹੜੀ ਸਿਮਰਨ ਸਾਧਨਾ ਹੈ ਨਾ, ਇਹ ਸਿਮਰਨ ਸਾਧਨਾ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਪਰ ਪਹਿਲੇ ਪਹਿਲ ਉਹਨੇ ਜਦ ਸਿਮਰਨ ਸਾਧਨਾ ਕਰਨੀ ਆ, ਕੋਸ਼ਿਸ਼ ਉਹਨੇ ਕਰਨੀ ਆ ਵੀ ਘੱਟੋ ਘੱਟ ਇਹ ਸਿਮਰਨ ਸਾਧਨਾ 1 ਘੜੀ ਜ਼ਰੂਰ ਹੋਵੇ। ਸੋ 1 ਘੜੀ ਜਿਹੜੀ ਹੈ ਇਹ 22-23 ਮਿੰਟ ਦੀ ਹੁੰਦੀ ਹੈ। ਸੋ 22-23 ਮਿੰਟ ਦੀ ਘੜੀ ਵਾਸਤੇ ਇਹਨੇ ਸਭ ਤੋਂ ਪਹਿਲਾਂ ਨਾ ਜੋ ਵਾਹਿਗੁਰੂ ਜੀ ਅਕਾਲ ਪੁਰਖ ਸਰਬ ਜਗ੍ਹਾ ਵਿਆਪਕ ਸ਼ਕਤੀ ਹੈਗੀ ਆ, ਜਿਹੜੀ ਸਾਡੀ ਕਲਪਨਾ ਵਿੱਚ, ਸਾਡੀ ਪਕੜ ਵਿੱਚ, ਸਾਡੇ ਗਿਆਨ ਇੰਦਰੀ ਤੋਂ ਬਾਹਰੀ ਹੈਗੀ ਆ, ਬਸ ਮਨ ਦੇ ਵਿੱਚ ਧਿਆਨ ਧਰਨਾ ਹੈਗਾ ਕਿ ਉਹ ਜਿਹੜੀ ਸ਼ਕਤੀ ਹੈਗੀ ਆ ਉਹ ਹਾਜ਼ਰ ਹਜ਼ੂਰ ਹੈ। ਜਦੋਂ ਉਹ ਮਨ ਦੇ ਵਿੱਚ ਇਸ ਤਰ੍ਹਾਂ 5-7 ਮਿੰਟ ਵਿਚਾਰ ਲਿਆ ਗਿਆ ਕਿ ਉਹ ਸ਼ਕਤੀ ਹਾਜ਼ਰ ਹਜ਼ੂਰ ਹੈ, ਕਿ ਜ਼ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਜੀ, ਕਿ ਜ਼ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਜਦ ਆਹਿਸਤਾ ਆਹਿਸਤਾ ਜਿਹੜਾ ਹੈਗਾ ਉਹ ਸ਼ਕਤੀ ਨੂੰ ਆਪਣੇ ਅੰਗ ਸੰਗ ਜਿਹੜਾ ਹੈ ਨਾ ਉਹ ਸਮਾਂ ਪਾ ਕੇ ਜਦ ਜਾਪ ਜਪੇਗਾ ਕਿ ਜ਼ਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਫਿਰ ਉਹ ਸ਼ਕਤੀ ਜਿਹੜੀ ਹੈ ਨਾ ਫਿਰ ਅੰਮ੍ਰਿਤ ਵੇਲੇ ਇਹਦੇ ਅਨੁਭਵ ਦੇ ਵਿੱਚ ਆ ਜਾਂਦੀ ਆ ਕਿ ਇਹ ਮੈਂ ਉਸ ਸ਼ਕਤੀ ਦੀ ਸ਼ਰਨ ਵਿੱਚ ਹਾਂ। ਉਹ ਸ਼ਕਤੀ ਜ਼ਹਰ ਜ਼ਹੂਰ ਹੈ। ਉਹਦਾ ਮਨ ਜਿਹੜਾ ਨਾ ਉਸ ਸ਼ਕਤੀ ਨੂੰ ਜ਼ਹਰ ਜ਼ਹੂਰ ਹੋਣ ਦੇ ਵਿੱਚ ਆਪਣੇ ਆਪ ਨੂੰ ਉਸ ਹਾਲਤ ਦੇ ਵਿੱਚ ਸਹਿਜ ਦੇ ਵਿੱਚ ਹੀ ਢਾਲ ਲੈਂਦਾ। ਭਾਵ ਕੀ ਆ, ਮਨ ਬਾਹਰਲੇ ਦੁਨਿਆਵੀ ਫੁਰਨਾਂ ਤੋਂ ਜਿਹੜਾ ਟੁੱਟ ਕੇ ਐਸਤਾ ਐਸਤਾ ਉਸ ਸ਼ਰਨ ਦੇ ਵਿੱਚ ਇਕੱਠਾ ਹੋਣ ਲੱਗਦਾ ਹੈਗਾ। ਜਦ ਸ਼ਰਨ ਦੇ ਵਿੱਚ ਇਕੱਠਾ ਹੁੰਦਾ ਹੈਗਾ ਤਾਂ ਫਿਰ ਇਹਨੂੰ ਹੌਲੀ ਹੌਲੀ ਇਸ ਗੱਲ ਦਾ ਇਲਮ ਹੋ ਜਾਂਦਾ ਹੈਗਾ ਕਿ ਜਿਵੇਂ ਗੁਰੂ ਬਿਨਾਂ ਗਤ ਨਹੀਂ ਹੈਗੀ, ਤੇ ਇਸ ਸਿਮਰਨ ਨੂੰ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਮੈਨੂੰ ਗੁਰੂ ਦੀ ਬਾਂਹ ਫੜਨੀ ਹੈਗੀ ਆ, ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਹੈਗਾ। ਸੋ ਉਹ ਫਿਰ ਜਿਹੜਾ ਜਗਿਆਸੂ ਹੈਗਾ ਸਭ ਤੋਂ ਪਹਿਲਾਂ ਆਪਣੇ ਗੁਰੂ ਦੀ ਆਰਾਧਨਾ ਕਰਦਾ ਹੈਗਾ, ਆਪਣੇ ਗੁਰੂ ਨੂੰ ਆਵਾਜ਼ ਮਾਰਦਾ ਹੈਗਾ। ਜਦੋਂ ਉਹ ਪਿਆਰ ਭਰੀਆਂ ਆਪਣੇ ਗੁਰੂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈਗਾ, ਫਿਰ ਜਿਹੜਾ ਗੁਰੂ ਹੈਗਾ ਬੜੀ ਖੁਸ਼ੀ ਦੇ ਨਾਲ ਆ ਕੇ ਉਹਦੇ ਅੰਤਰ ਕਰਨੇ ਦੇ ਵਿੱਚ ਫਿਰ ਉਹਦੀ ਬਾਂਹ ਫੜਦਾ ਹੈਗਾ। ਸੋ ਜਗਿਆਸੂ ਨੂੰ ਪਤਾ ਲੱਗਦਾ ਹੈਗਾ ਕਿ ਮੈਂ ਜਦ ਸਿਮਰਨ ਸਾਧਨਾ 'ਚ ਬੈਠ ਗਿਆ ਹੈ, ਮੇਰਾ ਮਨ ਵਾਹਿਗੁਰੂ ਦੀ ਹਾਜ਼ਰੀ ਦੇ ਵਿੱਚ ਚਲ ਗਿਆ ਹੈਗਾ। ਇਸ ਵਾਹਿਗੁਰੂ ਨੂੰ ਹਾਜ਼ਰ ਹਜ਼ੂਰ ਹੋਣ ਦੇ ਨਾਲ ਮਨ ਭੈ ਦੇ ਵਿੱਚ, ਅਦਬ ਦੇ ਵਿੱਚ, ਸਤਿਕਾਰ 'ਚ ਆ ਗਿਆ ਹੈਗਾ। ਜਦ ਮਨ ਭੈ, ਅਦਬ ਤੇ ਸਤਿਕਾਰ ਦੇ ਵਿੱਚ ਆ ਜਾਂਦਾ, ਫਿਰ ਜਗਿਆਸੂ ਉਸ ਆਪਣੇ ਗੁਰੂ ਜੋ ਪੂਰਾ ਗੁਰੂ ਹੈਗਾ, ਜੋ ਪਰਮਾਤਮਾ ਦਾ ਸਰੂਪ ਹੈਗਾ, ਤੇ ਸਿੱਖੀ ਮਾਰਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪਹਿਲਾਂ ਸਭ ਤੋਂ ਪਹਿਲਾਂ ਉਹ ਆਰਾਧਨਾ ਕਰਦਾ ਹੈਗਾ। ਗੁਰੂ ਨਾਨਕ ਸਾਹਿਬ ਨੂੰ ਪਹਿਲਾਂ ਆਪਣੇ ਹਿਰਦੇ ਦੇ ਵਿੱਚੋਂ ਆਵਾਜ਼ ਮਾਰਦਾ ਹੈਗਾ। ਸੋ ਸਭ ਤੋਂ ਪਹਿਲਾਂ ਜਿਹੜੀ ਹੈ ਨਾ ਉਹਦੇ ਮੁਖ ਦੇ ਵਿੱਚੋਂ ਜੋ ਆਵਾਜ਼ ਨਿਕਲਦੀ ਹੈ ਉਹ ਹੈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸੋ ਜਿਹੜਾ ਹੈ ਨਾ ਧੰਨ ਲਫ਼ਜ਼ ਹੈਗਾ, ਫਿਰ ਉਹਨੂੰ ਧੰਨ ਦੀ ਜਿਹੜੀ ਹੈ ਨਾ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਜਦ ਮੈਂ ਪਹਿਲੀ ਵਾਰੀ ਧੰਨ ਗੁਰੂ ਨਾਨਕ ਕਹਾਂਗਾ ਤਾਂ ਇਹਦਾ ਮਤਲਬ ਹੁੰਦਾ ਹੈਗਾ ਕਿ ਮੇਰਾ ਜਿਹੜਾ ਦੁਨਿਆਵੀ ਖਿਆਲ ਥੋੜ੍ਹਾ ਬਹੁਤਾ ਦੁਨੀਆਦਾਰੀ ਦੇ ਵਿੱਚ ਲੱਗਾ ਹੈਗਾ, ਉਹ ਪਰਮਾਰਥ ਦੇ ਰਸਤੇ ਦੇ ਵਿੱਚ ਜੁੜ ਜਾਂਦਾ ਹੈਗਾ। ਦੂਸਰੀ ਵਾਰੀ ਜਦ ਧੰਨ ਗੁਰੂ ਨਾਨਕ ਆਖਦਾ ਹੈਗਾ ਅਤੇ ਧੰਨ ਗੁਰੂ ਨਾਨਕ ਆਖਣ ਦੇ ਨਾਲ ਜਿਹੜੇ ਜਮਦੂਤ ਹੈਗੇ ਆ, ਇਸ ਜਮਦੂਤਾਂ ਤੋਂ ਖਲਾਸੀ ਹੋ ਜਾਂਦੀ ਹੈ। ਪਰ ਜਦ ਤੀਸਰੀ ਵਾਰੀ ਧੰਨ ਗੁਰੂ ਨਾਨਕ ਆਖਾਂਗਾ ਅਤੇ ਧੰਨ ਗੁਰੂ ਨਾਨਕ ਆਖਣ ਦੇ ਨਾਲ ਫਿਰ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੀ ਹਾਜ਼ਰੀ ਹੈਗੀ ਆ, ਪ੍ਰਤੀਤੀ ਹੈਗੀ ਆ, ਆਪਣੇ ਹਿਰਦੇ ਦੇ ਵਿੱਚ ਮਹਿਸੂਸ ਕਰਾਂਗਾ। ਇਸ ਤਰ੍ਹਾਂ ਸਭ ਤੋਂ ਪਹਿਲਾਂ ਹੈ ਨਾ ਉਹ ਧੰਨ ਗੁਰੂ ਨਾਨਕ 5-7 ਮਿੰਟ ਪਹਿਲਾਂ ਆਵਾਜ਼ਾਂ ਮਾਰਦਾ ਹੈਗਾ।
ਜਦ 5-7 ਮਿੰਟ ਬੜੇ ਪਿਆਰ ਦੇ ਨਾਲ, ਜਿਵੇਂ ਬੱਚਾ ਇੱਕ ਆਪਣੀ ਮਾਂ ਨੂੰ ਯਾਦ ਕਰਦਾ ਹੈਗਾ, ਇਸੇ ਤਰ੍ਹਾਂ ਸਿੱਖ ਧੰਨ ਗੁਰੂ ਨਾਨਕ ਸਾਹਿਬ ਨੂੰ ਆਵਾਜ਼ਾਂ ਮਾਰਦਾ ਹੈਗਾ, ਉਹਨਾਂ ਨੂੰ ਯਾਦ ਕਰਦਾ ਹੈਗਾ। 5-7 ਮਿੰਟਾਂ ਬਾਅਦ ਉਹਨੂੰ ਇਸ ਗੱਲ ਦਾ ਅਨੁਭਵ ਅੰਦਰ ਆ ਜਾਂਦਾ ਹੈਗਾ ਕਿ ਹੁਣ ਮੇਰਾ ਗੁਰੂ ਜਿਹੜਾ ਹੈ ਨਾ ਮੇਰੇ ਅੰਗ ਸੰਗ ਆ ਗਿਆ ਹੈਗਾ। ਅਤੇ ਜਦ ਗੁਰੂ ਅੰਗ ਸੰਗ ਆ ਗਿਆ ਤਾਂ ਉਹਨੂੰ ਇਸ ਗੱਲ ਦਾ ਇਲਮ ਹੋ ਜਾਂਦਾ ਕਿ ਖਿਨ ਰਮ ਗੁਰ ਗਮ ਹਰ ਦਮ ਲਹਿ ਜਮ। ਜਦ ਇਸ ਗੱਲ ਦਾ ਇਲਮ ਉਹਦੇ ਅੰਦਰ ਆ ਜਾਂਦਾ ਹੈਗਾ, ਫਿਰ ਉਹਦਾ ਜਿਹੜਾ ਹਿਰਦਾ ਹੈ ਨਾ ਉਹ ਵਿਕਸਦਾ ਹੈਗਾ, ਖੁਸ਼ ਹੁੰਦਾ ਹੈਗਾ। ਜਦ ਉਹਦਾ ਹਿਰਦਾ ਵਿਕਸਦਾ ਹੈਗਾ, ਖੁਸ਼ ਹੁੰਦਾ ਹੈਗਾ, ਆਪਣੇ ਗੁਰੂ ਦੀ ਹੋਂਦ ਉਹਦੇ ਅੰਦਰ ਮਹਿਸੂਸ ਹੁੰਦੀ ਹੈ ਨਾ, ਫਿਰ ਉਹ ਆਪਣੇ ਗੁਰੂ ਦੇ ਅੱਗੇ ਸਭ ਤੋਂ ਪਹਿਲਾਂ ਜਿਹੜੀ ਜੋਦੜੀ ਕਰਦਾ ਹੈਗਾ, ਉਹ ਜੋਦੜੀ ਹੈਗੀ ਆ ਸਰਬੱਤ ਦੇ ਭਲੇ ਦੀ। ਜਦ ਉਹ ਸਰਬੱਤ ਦੇ ਭਲੇ ਦੀ ਬੇਨਤੀ ਗੁਰੂ ਸਾਹਿਬ ਦੇ ਅੱਗੇ ਕਰਦਾ ਹੈਗਾ ਕਿ ਜਗਤ ਜਲੰਦਾ ਰਾਖ ਲੈ ਆਪਣੀ ਕਿਰਪਾ ਧਾਰ, ਅਤੇ ਇਸ ਜਗਤ ਜਲੰਦੇ ਦੇ ਵਿੱਚ ਉਹ ਆਪ ਵੀ ਸ਼ਾਮਲ ਹੋ ਜਾਂਦਾ। ਅਤੇ ਜਦ ਸਰਬੱਤ ਦੇ ਭਲੇ ਦੀ ਅਰਦਾਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਕਰਦਾ ਹੈਗਾ, ਅਤੇ ਗੁਰੂ ਦੀ ਖੁਸ਼ੀ ਜਿਹੜੀ ਹੈ ਨਾ ਹੋਰ ਵੀ ਉਹ ਆਪਣੇ ਅੰਦਰ ਬਹੁਤ ਅਕਹਿ ਅਤੇ ਅਸਹਿ ਰਸ ਦੇ ਤੌਰ 'ਤੇ ਪ੍ਰਤੀਤ ਕਰਦਾ ਹੈਗਾ। ਅਤੇ ਜਦੋਂ ਉਹ ਸਰਬੱਤ ਦੇ ਭਲੇ ਦੀ ਅਰਦਾਸ 5-7 ਮਿੰਟ ਕਰਦਾ ਹੈਗਾ, ਆਪਣੇ ਖਿਆਲ ਦੀਆਂ ਤਰੰਗਾਂ ਸਰਬੱਤ ਦੇ ਭਲੇ ਦੇ ਵਾਸਤੇ ਪੂਰੇ ਬ੍ਰਹਿਮੰਡ ਵਿੱਚ ਖਿਲਾਰਦਾ ਹੈਗਾ, ਫਿਰ ਉਹਨੂੰ 5-7 ਮਿੰਟਾਂ ਬਾਅਦ ਇਸ ਚੀਜ਼ ਦੀ ਪ੍ਰਤੀਤ ਹੋਣ ਲੱਗ ਪੈਂਦੀ ਹੈ ਕਿ ਜਿਸ ਸਰਬੱਤ ਦੇ ਭਲੇ ਵਾਸਤੇ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਸੀ, ਸੋ ਸਰਬੱਤ ਦੇ ਜਿੰਨੇ ਵੀ ਜੀਵ ਜੰਤੂ ਹੈਗੇ ਆ, ਜਿੰਨੀ ਵੀ ਖਲਕਤ ਹੈਗੀ ਹੈ ਨਾ, ਇਸ ਖਲਕਤ ਦੀਆਂ ਜਿਹੜੀਆਂ ਸ਼ੁਭ ਅਸੀਸਾਂ ਪੂਰੇ ਬ੍ਰਹਿਮੰਡਾਂ ਵਿੱਚੋਂ ਜਵਾਬ ਦੇ ਰੂਪ ਦੇ ਵਿੱਚ, ਅਸੀਸ ਦੇ ਰੂਪ ਦੇ ਵਿੱਚ ਫਿਰ ਉਹਨੂੰ ਮਿਲਣ ਲੱਗ ਪੈਂਦੀਆਂ ਹੈਗੀਆਂ। ਸੋ ਅੰਮ੍ਰਿਤ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਹੈ ਨਾ ਵਿਲੱਖਣ ਦੇਣ ਉਹ ਇਹ ਹੈ ਕਿ ਜਿਹੜੀਆਂ ਖਿਆਲ ਰੂਪੀ ਤਰੰਗਾਂ ਉਹ ਪੂਰੇ ਸਰਬੱਤ ਦੇ ਭਲੇ ਵਾਸਤੇ ਪੂਰੇ ਬ੍ਰਹਿਮੰਡ ਅੰਦਰ ਖਿਲਾਰਦਾ ਹੈਗਾ, ਅਤੇ ਇਹਦਾ ਜਵਾਬ ਜਦ ਅਸੀਸ ਭਰੀਆਂ ਤਰੰਗਾਂ ਉਹ ਆਪਣੇ ਕੋਲ ਆਉਂਦੀਆਂ ਮਹਿਸੂਸ ਕਰਦਾ ਹੈਗਾ, ਤਾਂ ਫਿਰ ਉਹਦਾ ਜਿਹੜਾ ਚਾਅ ਹੈਗਾ ਉਹ ਬਹੁਤ ਜ਼ਿਆਦਾ ਜਦ ਵੱਧਦਾ ਹੈਗਾ, ਅਤੇ ਜਦ ਵੱਧਦਾ ਹੈਗਾ ਤਾਂ ਫਿਰ ਉਹਨੂੰ ਇਸ ਚੀਜ਼ ਦਾ ਜਿਹੜਾ ਹੈ ਨਾ ਇਲਮ ਹੋ ਜਾਂਦਾ ਹੈਗਾ ਕਿ ਮੈਂ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਫਿਰ ਹਾਲ ਜਦ ਉਹ ਇਸ ਅਵਸਥਾ 'ਤੇ ਆ ਜਾਂਦਾ ਹੈਗਾ, ਤਾਂ ਫਿਰ ਇਹ ਤੋਂ ਜਿਹੜੀ ਅਗਲੀ ਅਵਸਥਾ ਵਾਹਿਗੁਰੂ ਸਿਮਰਨ ਦੀ ਜਾਂ ਵਾਹਿਗੁਰੂ ਨੂੰ ਆਵਾਜ਼ਾਂ ਮਾਰਨ ਦੀ, ਵਾਹਿਗੁਰੂ ਨੂੰ ਆਪਣੇ ਚਿੱਤ 'ਚ ਵਸਾਉਣ ਦੀ, ਇਹ ਜਿਹੜੀ ਸਾਂਝ ਹੈ ਨਾ ਫਿਰ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸੋ ਦਾਸ ਵਾਹਿਗੁਰੂ ਸਿਮਰਨ ਦੀ ਅਗਲੀ ਵਿਧੀ ਜਿਹੜੀ ਹੈ ਨਾ ਆਪ ਸਾਰੇ ਸੰਗਤਾਂ ਦੇ ਨਾਲ ਫਿਰ ਅਗਲੀ ਵੀਡੀਓ 'ਚ ਸਾਂਝਾ ਕਰੇਗਾ। ਸੋ ਇੰਨੇ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।